सत श्री अकाल दोस्तों, मैं प्रीत रंधावा A1 पंजाबी दा पटियाला तो लाइव हो चुके हैं। असी इस टाइम YPS चौंक जेह्ड़ी कि इस बैरीगेड के पिछले पासे CM साहब का घर है कैप्टन अमरिंदर सिंह का। असी YPS चौंक च खड़े हैं। चौंक तुहानूं दिखा दी है, ये वो चौंक है जिथे हर बारी धरने लगते रहते हैं, लेकिन लोगों को इंसाफ नहीं मिलता। असी गल करी अज दे धरने की, ते जेड़ा कि कल 30 अप्रैल नूं ਇੱਥੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਏਗਾ। ਉਸ ਟਰੈਕਟਰ ਮਾਰਚ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੀ ਕੜੇ ਪ੍ਰਬੰਧ ਕੀਤੇ ਜਾ ਰਹੇ ਨੇ, ਲੇਕਿਨ ਜਿਹੜੇ ਕਿਸਾਨ ਹੈ ਉਹ ਕੋਈ ਮੀਟਿੰਗ ਨਹੀਂ ਲੈ ਰਹੇ, ਕੋਈ ਕੁਝ ਨਹੀਂ ਕਰ ਰਹੇ, ਲੇਕਿਨ ਉਹ ਕਹਿੰਦੇ ਨੇ ਅਸੀਂ ਆਪਾਂ ਨਾ ਟਰੈਕਟਰ ਮਾਰਚ ਕਰਾਂਗੇ। ਆਓ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਉਂਦੇ ਆ ਕਿ ਪਟਿਆਲਾ ਸ਼ਹਿਰ ਦੇ ਵਿੱਚ ਕਿੰਨੇ ਟਰੈਕਟਰ ਆ ਚੁੱਕੇ ਹੋਏ ਨੇ। YPS ਚੌਂਕ ਵੱਖ-ਵੱਖ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਔਰ ਮੁਲਾਜ਼ਮ ਆਪਣੀ ਡਿਊਟੀਆਂ ਬਾਖੂਬੀ ਨਿਭਾ ਰਹੇ ਨੇ। ਪ੍ਰਸ਼ਾਸਨ ਵੱਲੋਂ ਕੜੇ ਪ੍ਰਬੰਧ ਵੀ ਕੀਤੇ ਜਾ ਰਹੇ ਨੇ, ਲੇਕਿਨ ਜਿਹੜੇ ਕਿਸਾਨ ਨੇ ਉਹ ਆਪਣੀ ਅੜੀ ਤੇ ਅੜੇ ਹੋਏ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਕੱਲ ਨੂੰ 30 ਤਰੀਕ ਨੂੰ ਟਰੈਕਟਰ ਮਾਰਚ ਜ਼ਰੂਰ ਹੋਏਗਾ, ਚਾਹੇ ਕੁਝ ਵੀ ਹੋ ਜਾਏ। ਉਹਨਾਂ ਨੇ ਬੈਰੀਕੇਡ ਤੋੜ ਕੇ ਕੈਪਟਨ ਸਾਹਿਬ ਦੇ ਘਰ ਵੱਲ ਨੂੰ ਕੂਚ ਕਰਨਾ ਹੀ ਹੈ। ਲਾਈਵ ਤਸਵੀਰਾਂ YPS ਚੌਂਕ ਦੇ ਵਿੱਚ ਟਰੈਕਟਰ ਮਾਰਚ ਲਈ ਜਿਹੜੇ ਕਿਸਾਨ ਵੀਰ ਆ ਚੁੱਕੇ ਹੋਏ ਨੇ। 29 ਅਪ੍ਰੈਲ ਨੂੰ ਪਹੁੰਚ ਚੁੱਕੇ ਹੋਏ ਨੇ, ਬਾਕੀ ਦੇ 30 ਅਪ੍ਰੈਲ ਨੂੰ ਆਣਗੇ। ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਚੱਲ ਰਹੀਆਂ। ਅਸੀਂ ਕਰਾਂਗੇ ਪ੍ਰਧਾਨ ਜੀ ਨਾਲ ਗੱਲ ਕਿ ਉਹ ਕੀ ਕਹਿੰਦੇ ਨੇ। ਚਲੋ ਮੈਂ ਦੱਸਦਾ ਤੁਹਾਨੂੰ। हाँ जी वीर जी। हाँ जी सत श्री अकाल जी। सत श्री अकाल। तुसीं दसोगे जी कि अज 29 अप्रैल हो गई, तुसीं किहा सी 30 अप्रैल ਨੂੰ ਇੱਥੇ ਟਰੈਕਟਰ ਮਾਰਚ ਕੀਤਾ ਜਾਏਗਾ, ਲੇਕਿਨ ਲੋਕਡਾਊਨ ਲੱਗਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਰੋਕ ਟੋਕ ਜਾਂ ਕੋਈ ਪਰੇਸ਼ਾਨੀਆਂ ਆ ਰਹੀਆਂ? ਪ੍ਰਸ਼ਾਸਨ ਕਸੂਰਵਾਰ ਹੈ ਜੀ, ਸਾਨੂੰ ਕੀ ਰੋਕੂਗਾ। ਪ੍ਰਸ਼ਾਸਨ ਨੇ ਬੜੀਆਂ ਗਲਤੀਆਂ ਕੀਤੀਆਂ ਵੀਆਂ, ਸਰਕਾਰ ਨੇ ਬੜੀਆਂ ਗਲਤੀਆਂ ਕੀਤੀਆਂ ਵੀਆਂ ਜੀ। ਅਸੀਂ ਹਰੇਕ ਚੀਜ਼ ਨੂੰ ਧਿਆਨ 'ਚ ਰੱਖ ਕੇ ਇੱਥੇ ਬੈਠੇ ਸੀਗੇ ਜੀ ਵੀ ਜਦੋਂ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕਰ ਦੋ ਅਸੀਂ ਘਰ ਨੂੰ ਚਲੇ ਜਾਵਾਂਗੇ। ਅਸੀਂ ਸਾਰੇ 100 ਦੀ ਗਿਣਤੀ 'ਚ ਰਹੇ ਹਾਂ ਇੱਥੇ ਜੀ। ਤਕਰੀਬਨ ਅੱਜ ਸਾਨੂੰ 37 ਦਿਨ ਹੋ ਗਏ ਜੀ। 37-38 ਦਿਨ ਹੋ ਗਏ ਜੀ। ਤੇ ਉਹਦੇ ਇਨ ਬਿਟਵੀਨ ਜੇ ਕਰੋਨਾ ਦਾ ਐਡਾ ਵੱਡੀ ਗੱਲ ਸੀਗੀ, ਇਹ ਕਰੋਨਾ ਦਾ ਖਿਆਲ ਰੱਖਦੇ ਸੀਗੇ ਤੇ ਫਿਰ ਸਾਡੇ ਅਵਾਰਡ ਕਿਉਂ ਸਾਡੇ PDA ਕਿਉਂ ਕੀਤੇ ਇਹਨਾਂ ਨੇ ਜੀ। ਇਹਨਾਂ ਲੋਕਡਾਊਨ ਦੇ ਟਾਈਮ ਦੇ ਵਿੱਚ ਇਹ ਸਾਡੇ ਅਵਾਰਡ ਕਰਨ ਦੀਆਂ ਤਿਆਰੀਆਂ ਕਿਉਂ ਕਰ ਰਹੇ ਆ ਜੀ। ਸਰਕਾਰ ਤਾਂ ਹਟਣੀ ਨਹੀਂ, ਸਰਕਾਰ ਸਾਨੂੰ ਛੇੜ ਰਹੀ ਹੈ ਤੇ ਅਸੀਂ ਛਿੜ ਗਏ ਜੀ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਸੀ ਕਿ ਇਹ ਸਮਾਂ ਟੱਪ ਜੇ, ਬੈਡ ਟਾਈਮ ਹੈ, ਬੈਡ ਟਾਈਮ ਟੱਪ ਜੇ। ਪਰ ਸਰਕਾਰ ਨੇ ਜੋ ਆਪਣਾ ਰੋਲ ਅਦਾ ਕੀਤਾ, ਬੜਾ ਨੈਗੇਟਿਵ ਤੇ ਬੜਾ ਗੰਦਾ ਰੋਲ ਅਦਾ ਕੀਤਾ, ਜਿਹਦੇ 'ਚ ਕਿ ਸਾਨੂੰ ਇੰਨਾ ਕੁ ਟੌਰਚਰ ਕਰਤਾ ਸੀ ਇਹਨਾਂ ਦੇ SDMs ਨੇ, DCs ਨੇ ਜੀ, ਕਿ ਸਾਨੂੰ ਸੜਕਾਂ ਤੇ ਮੌਤ ਦਾ ਵੀ ਹੁਣ ਖੌਫ ਨਹੀਂ ਰਿਹਾ ਜੀ, ਕਰੋਨਾ ਦਾ ਵੀ ਖੌਫ ਨਹੀਂ ਰਿਹਾ। ਲੇਕਿਨ ਹੁਣ ਲਾਈਟ ਚੱਲਦੀ ਪਈ ਸੀ, ਹੁਣ ਫਿਰ ਲਾਈਟ ਬੰਦ ਕਰ ਦਿੱਤੀ ਹੈ, ਇਹ ਗੱਲ ਸਹੀ ਹੋਈ ਹੈ? ਕੋਈ ਗੱਲ ਨਹੀਂ ਜੀ, ਇਹ ਸਰਕਾਰਾਂ ਦੇ ਹੱਥ ਕੰਡੇ ਹੁੰਦੇ ਆ। ਸਾਨੂੰ ਇਹਨਾਂ ਚੀਜ਼ਾਂ ਤੋਂ ਹੁਣ ਡਰ ਨਹੀਂ ਲੱਗਦਾ, ਸੀ ਇਹਨਾਂ ਚੀਜ਼ਾਂ ਨੂੰ ਬੌਦਰ ਨਹੀਂ ਕਰਦੇ ਜੀ। ਹੁਣ ਅਸੀਂ ਯੂਜ਼ਡ ਟੂ ਹੋ ਚੁੱਕੇ ਆ, ਸਾਨੂੰ 6 ਮਹੀਨੇ ਹੋ ਗਏ। ਅਸੀਂ ਧੁੰਦਾਂ ਤੋਂ ਨਹੀਂ ਡਰੇ ਜੀ, ਅਸੀਂ ਸਰਦੀਆਂ ਦੇ ਚੱਲ ਰਹੇ ਆ ਤੇ ਸਾਨੂੰ ਗਰਮੀ ਤੋਂ ਨਹੀਂ ਡਰ ਲੱਗਦਾ, ਸਾਨੂੰ ਮੱਛਰਾਂ ਤੋਂ ਨਹੀਂ ਡਰ ਲੱਗਦਾ। ਸਾਨੂੰ ਠੀਕ ਹੈ, ਕੋਈ ਗੱਲ ਨਹੀਂ ਆ, ਸਾਡੇ ਭਰਾ ਹੈਗੇ, ਸਾਡੇ ਮੋਬਾਈਲਾਂ 'ਚ ਲਾਈਟਾਂ ਹੈਗੀਆਂ, ਸਾਰ ਲਾਂਗੇ ਜੀ। ਪਰ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਹੈ ਇਹ ਰਲੀ ਵੀ ਹੈ ਜੀ। ਪ੍ਰਸ਼ਾਸਨ ਵੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀ ਜੀ। ਜਦੋਂ ਅਸੀਂ ਕਿਤੇ ਸ਼ਕਤੀ ਪ੍ਰਦਰਸ਼ਨ ਕਰਦੇ ਆ ਤੇ ਫਿਰ ਸਰਕਾਰ ਦਾ ਜੀ ਕਰਦਾ ਵੀ ਇਹਨਾਂ ਦੇ ਰਾਈਟਸ ਦੇ ਦਿਓ ਜੀ। ਤੇ ਜਦੋਂ ਅਸੀਂ ਕੋਈ ਡੀਸੈਂਟ ਢੰਗ ਨਾਲ, ਕੋਈ ਇਮਾਨਦਾਰੀ ਨਾਲ ਕੋਈ ਕੰਮ ਕਰਨਾ ਚਾਹੁੰਦੇ ਆ, ਇੱਕ ਚੰਗੇ ਨਾਗਰਿਕ ਦੀ ਅਸੀਂ ਮਿਸਾਲ ਪੈਦਾ ਕਰਨਾ ਚਾਹੁੰਦੇ ਆ, ਤੇ ਫਿਰ ਉਹ ਸਮਝਦੇ ਆ ਕਿ ਥੀਸ ਆਰ ਬੈਗਰਸ, ਇਹਨਾਂ ਨੂੰ ਬੈਠੇ ਰਹਿਣ ਦਿਓ, ਇਹਨਾਂ ਦੇ ਮਗਰ ਕੌਣ ਹੈ ਜੀ। ਹੁਣ ਕੀ ਹੋ ਚੁੱਕਿਆ, ਹਾਲਾਤ ਇਹੋ ਜਿਹੇ ਹੋ ਚੁੱਕੇ ਆ ਸਰਕਾਰਾਂ ਦੇ ਕਿ ਚੰਗੇ ਬੰਦੇ ਨੂੰ ਚੰਗਾ ਨਹੀਂ ਰਹਿਣ ਦੇਣਾ ਜੀ। ਅਸੀਂ ਯਾਨੀ ਕਿ ਦੁਨੀਆ ਜੁੱਤੀ ਦੇ ਜ਼ੋਰ ਤੇ ਚੱਲਦੀ ਹੈ। ਮੈਂ ਸੱਚੀ ਗੱਲ ਦੱਸਾਂ, ਹੁਣ ਤਾਂ ਇੱਕ ਕਹਿੰਦੇ ਹੁੰਦੇ ਸੀ ਕਿ ਯਾਰ ਕੀ ਇਮਾਨਦਾਰੀ ਨਾਲ ਬੜੇ ਕੰਮ ਹੋ ਜਾਂਦੇ, ਹੁਣ ਮੈਨੂੰ ਇਹ ਲੱਗਦਾ ਕਿ ਲੱਤਾਂ ਨਾਲ ਹੀ ਕੰਮ ਹੁੰਦੇ ਆ। ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮਾਨਤੇ ਜੀ। ਬੜਾ ਸਾਨੂੰ ਡਰਾਇਆ ਜਾ ਰਿਹਾ ਸੀ ਜੀ, ਖੇਰੂ ਕਰ ਦੇਣਗੇ ਜੀ, ਆਹ ਕਰ ਦਾਂਗੇ ਜੀ, ਉਹ ਕਰਦਾ ਸੀ ਕਿ ਜੋ ਕਰਨਾ ਕਰ ਜੀ। ਜਦੋਂ ਸਾਡੇ ਬਜ਼ੁਰਗਾਂ ਦੀ ਸਾਡੀ ਜ਼ਮੀਨ ਜਾਇਦਾਦ ਕੌਡੀਆਂ ਦੇ ਭਾਅ ਜਾਊਗੀ ਜੀ, ਸਾਡਾ ਪਿਛੋਕੜ ਚੱਕ ਲਿਓ ਜੀ, ਕਿਸਾਨਾਂ ਦਾ, ਜ਼ਿਮੀਂਦਾਰਾਂ ਦਾ ਪਿਛੋਕੜ ਚੱਕ ਲਿਓ। ਜੇ ਸਾਡੀ ਵੱਟ ਇੰਨੀ ਕੁ ਹਿੱਲ ਜੇ ਜੀ, ਇੰਨੀ ਕੁ ਵੱਟ ਹਿੱਲ ਜੇ ਤੇ ਕੋਰਟ ਕਚਹਿਰੀਆਂ ਤੱਕ ਪਹੁੰਚ ਜਾਂਦੇ ਆ ਬਿਲਕੁਲ। ਤੇ ਕੈਪਟਨ ਸਾਹਿਬ ਨੂੰ ਇਹ ਗੱਲ ਪਤਾ ਵੀ ਹੈ ਤੇ ਫੇਰ ਪਤਾ ਨਹੀਂ ਕਿਉਂ। ਹਾਂ, ਦੂਜੀ ਗੱਲ ਦੇਖੋ, ਹੁਣ ਕੀ ਹੈ, ਸਾਡੀਆਂ ਜ਼ਮੀਨਾਂ ਦਾ ਇਹਨਾਂ ਨੇ ਤਿਆਰੀ ਕਰ ਲਈ ਹੋਣ ਦੀ, ਪ੍ਰਸ਼ਾਸਨ ਪੂਰਾ ਤਿਆਰੀ 'ਚ ਹੈ ਜੀ।
ਅਸੀਂ ਤਾਂ ਇਹਨਾਂ ਦੀ ਕੰਧ ਦੇ ਕੋਲੇ ਜਾਣਾ ਚਾਹੁੰਦੇ ਆ ਤੇ ਕਿੰਨੀ ਤਕਲੀਫ ਹੈ। ਬਿਲਕੁਲ ਕੈਪਟਨ ਸਾਹਿਬ ਨੇ ਕਿੰਨੀ ਫੋਰਸ ਲਾਤੀ ਜੀ, ਕਿੰਨੀ ਸਿਰਫ ਕੰਧ ਕੋਲੇ ਜਾਣਾ ਚਾਹੁੰਦੇ ਆ, ਅਸੀਂ ਅੰਦਰ ਨਹੀਂ ਜਾਣਾ ਚਾਹੁੰਦੇ ਇਹਨਾਂ ਦੀ ਪ੍ਰਾਪਰਟੀ 'ਚ, ਅਸੀਂ ਕੰਧ ਦੇ ਆਲੇ ਦੁਆਲੇ ਬੈਠਣਾ ਚਾਹੁੰਦੇ ਆ। ਉਸ ਚੀਜ਼ ਦੀ ਵੀ ਤਕਲੀਫ ਹੈ ਕੈਪਟਨ ਸਾਹਿਬ, ਤੇ ਸਾਡੀ ਤਕਲੀਫ ਦੇਖੋ। ਸਾਡੇ ਵੀ ਬੱਚੇ ਆ, ਸਾਨੂੰ ਵੀ ਕਰੋਨਾ ਤੋਂ ਡਰ ਲੱਗਦਾ, ਤੁਹਾਨੂੰ ਬੜਾ ਡਰ ਲੱਗਦਾ, ਤੁਸੀਂ ਬੜਾ ਉੱਥੇ ਅੰਦਰ ਬੜੇ ਬੈਠੇ ਹੋ ਜੀ, ਤੇ ਜੇ ਤੁਸੀਂ ਇੰਨੇ ਕੀ ਚਿੰਤਤ ਹੋ ਤੇ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਕੇ ਖੜੇ ਹੋ ਜਾਓ ਜੀ, ਆ ਜਾਓ ਵੈਂਟੀ ਵੈਨ 'ਚ ਬਹਿ ਜਾਓ ਤੇ ਮਹਿਲ 'ਚ ਆ ਜਾਓ, 5 ਮਿੰਟ 'ਚ ਫੈਸਲਾ ਹੋ ਜੂ। ਇਹਨਾਂ ਕਿਸਾਨਾਂ ਕੋਲੇ ਕੱਲ ਨੂੰ ਤੁਸੀਂ ਵੋਟਾਂ ਮੰਗਣ ਜਾਓਗੇ, ਜਿਹੜੇ ਕਿਸਾਨ ਅੱਜ ਤੁਹਾਡੇ ਦਰਵਾਜ਼ੇ ਦੇ ਬਾਹਰ ਬੈਠੇ ਆ, ਤੇ ਇੱਕ ਚੰਗਾ ਸੀਐਮ ਹੋਣ ਦਾ ਤੁਸੀਂ ਅੱਜ ਇੱਕ ਰਿਜ਼ਲਟ ਦਿਓ ਤੇ ਕੱਲ ਨੂੰ ਭੰਗੜੇ ਪਾਉਂਦੇ ਜਾਣ। ਜੀ ਜੀ, ਅਸੀਂ ਕੋਈ ਭੀਖ ਥੋੜੀ ਮੰਗ ਰਹੇ ਆ, ਸਾਡੇ ਤੋਂ ਤੁਸੀਂ ਜ਼ਮੀਨ ਮੰਗ ਰਹੇ ਹੋ, ਤੁਸੀਂ ਸਾਡੇ ਤੋਂ ਚੀਜ਼ ਮੰਗ ਰਹੇ ਹੋ, ਅਸੀਂ ਇਹਨਾਂ ਤੋਂ ਕੁਝ ਨਹੀਂ ਮੰਗ ਰਹੇ। ਸਾਨੂੰ ਲੋੜ ਨਹੀਂ, ਸਾਨੂੰ ਜ਼ਮੀਨ ਦੇਣ ਦੀ ਲੋੜ ਨਹੀਂ ਕੈਪਟਨ ਸਾਹਿਬ, ਤੁਹਾਨੂੰ ਲੋੜ ਹੈ। ਤੇ ਜੇ ਤੁਹਾਨੂੰ ਲੋੜ ਹੈ ਤੁਸੀਂ ਇਹਨਾਂ ਦੇ ਰਾਈਟਸ ਦਿਓ, ਇਹਨਾਂ ਦੇ ਹੱਕ ਦਿਓ, ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਆ ਪੂਰੀਆਂ ਕਰੋ। ਇੱਕ ਵੀ ਡਿਮਾਂਡ ਜੇ ਨਜਾਇਜ਼ ਹੋਵੇ ਇੱਥੇ ਮੈਂ ਡਿਬੇਟ ਕਰਨ ਲਈ ਤਿਆਰ ਹਾਂ ਕੈਪਟਨ ਸਾਹਿਬ, ਤੁਸੀਂ ਆ ਜਾਓ, ਤੁਹਾਡੇ ਪ੍ਰਸ਼ਾਸਨ ਦੇ ਅਧਿਕਾਰੀ ਭੇਜ ਦਿਓ। ਜੇ ਮੇਰੀ ਇੱਕ ਵੀ ਡਿਮਾਂਡ ਪੰਜਾਬ ਲੈਵਲ ਤੇ ਕੋਈ ਇਹ ਕਹਦੇ ਕਿ ਗਲਤ ਹੈ ਤਾਂ ਮੈਂ ਸਾਰੀ ਜ਼ਿੰਦਗੀ ਤੁਹਾਡੀ ਚਾਕਰੀ ਕਰੂੰਗਾ, ਤੇ ਨਹੀਂ ਫਿਰ ਤੁਸੀਂ ਆਪਦਾ ਅਸਤੀਫਾ ਜੇਬ 'ਚ ਪਾ ਕੇ ਆ ਜਾਓ ਤੇ ਇੱਥੇ ਪ੍ਰੈਸ ਕਾਨਫਰੰਸ ਕਰ ਲੈਂਦੇ ਆ, ਇਸੇ ਚੌਂਕ 'ਚ ਕਰ ਲੈਣੇ, ਵਾਈਪੀਐਸ ਬੜਾ ਖੁੱਲਾ ਤੇ ਪ੍ਰੈਸ ਦੇ ਸਾਹਮਣੇ ਆ ਜਾਣ, ਇਹਨਾਂ ਦੇ ਅਧਿਕਾਰੀ ਆ ਜਾਣ। ਮੈਂ ਬੜੀ ਵਾਰੀ ਕਿਹਾ ਕਿ ਇਹਨਾਂ ਦਾ ਅਧਿਕਾਰੀ ਇੱਕ ਵਾਈਟ ਦੇ ਦੇ ਕਿ ਉਹ ਸਹੀ ਕੰਮ ਕਰ ਰਹੇ ਆ, ਇੱਕ ਵਾਈਟ ਦੇ ਦੇ, ਨਹੀਂ ਦੇਣਗੇ। ਸਾਨੂੰ ਕੀ ਕਹਿੰਦੇ ਤੁਸੀਂ ਕੋਰਟ 'ਚ ਚਲੇ ਜਾਓ, ਕਿਉਂ ਜਾਈਏ ਜੀ ਕੋਰਟ 'ਚ ਅਸੀਂ, ਤੁਸੀਂ ਕੋਰਟ 'ਚ ਜਾਓ, ਲੈ ਲਿਓ ਕੋਰਟ 'ਚ ਜਾ ਕੇ ਜ਼ਮੀਨਾਂ। ਯਾਨੀ ਕਿ ਜ਼ਬਰਦਸਤੀ ਤੁਹਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ। ਬਿਲਕੁਲ ਜ਼ਬਰਦਸਤੀ ਹੈ ਜੀ। ਜਿਹੜਾ ਸਾਡੇ ਕਿਸਾਨਾਂ ਦਾ ਦਰਦ ਹੈ, ਇਹ ਕਰੋਨਾ 'ਚ ਐ ਨਹੀਂ ਨਿਕਲਣ ਨੂੰ ਜੀ ਕਰਦਾ ਸੀ, ਇਹਨਾਂ ਦੇ ਬੱਚਿਆਂ ਨੇ ਵੀ ਰੋਕਿਆ ਹੋਣਾ ਕਿ ਤੁਹਾਡੀ ਜਾਨ ਨੂੰ ਵੀ ਖਤਰਾ ਹੈ। ਕਿਹੜੇ ਜ਼ਿਲ੍ਹੇ ਤੋਂ ਤੁਹਾਡੇ ਕੋਲ ਇਸ ਟਾਈਮ ਟਰੈਕਟਰ ਪਹੁੰਚ ਚੁੱਕੇ ਸਾਡੇ 13 ਜ਼ਿਲ੍ਹੇ ਹੈ ਜੀ, 13 ਜ਼ਿਲ੍ਹਿਆਂ 'ਚੋਂ ਸਾਡੇ ਪੂਰੇ ਆ ਚੁੱਕੇ ਆ, ਜਿਵੇਂ ਬਠਿੰਡਾ ਹੋ ਗਿਆ, ਮੋਗਾ ਹੋ ਗਿਆ, ਬਰਨਾਲਾ ਹੋ ਗਿਆ, ਉਸ ਤੋਂ ਬਾਅਦ ਅੰਮ੍ਰਿਤਸਰ ਹੋ ਗਿਆ, ਕਪੂਰਥਲਾ ਹੋ ਗਿਆ, ਗੁਰਦਾਸਪੁਰ ਹੋ ਗਿਆ, ਤਰਨਤਾਰਨ ਹੋ ਗਿਆ, ਰੋਪੜ ਹੋ ਗਿਆ, ਲੁਧਿਆਣਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਸੰਗਰੂਰ ਹੋ ਗਿਆ, ਪਟਿਆਲਾ ਹੋ ਗਿਆ, ਤਕਰੀਬਨ ਸਾਡੇ ਮਹਾਲੀ ਹੋ ਗਿਆ। ਸਾਡੇ ਸਾਰੇ ਟਰੈਕਟਰ ਤਕਰੀਬਨ ਪਹੁੰਚ ਚੁੱਕੇ ਆ, ਤੇ ਜਿਹੜੇ ਸਾਡੇ ਰਸਤੇ 'ਚ ਹੈ ਟਰੈਕਟਰ, ਕਿਉਂਕਿ ਗੁਰਦਾਸਪੁਰ ਵਾਲੇ ਸਵੇਰ ਦੇ ਚੱਲੇ ਵੇ, ਰਾਹ 'ਚ ਬਰਸਾਤ ਬੜੀ ਹੋਈ ਹੈ ਤੇ ਉਹ ਕਹਿ ਰਹੇ ਸੀ ਮੀਂਹ ਰੁਕ ਜੇ ਤੇ ਤੁਰ ਪੜਦੇ, ਰਾਤੋਂ ਰਾਤ ਪਹੁੰਚ ਜਾਣਗੇ ਜੀ। ਸਾਡੇ ਤੋਂ ਹੁਣ ਸਵੇਰ ਦਾ ਇੰਤਜ਼ਾਰ ਨਹੀਂ ਹੋਣਾ। ਅਸੀਂ ਇੱਥੇ 37 ਦਿਨ ਬੜੇ ਸ਼ਾਂਤੀਪੂਰਵਕ ਢੰਗ ਨਾਲ ਕੱਢੇ ਆ, ਤੇ ਸਰਕਾਰ ਇਹ ਕਹਿੰਦੀ ਸੀ ਮੁੱਠੀ ਭਰ ਕਿਸਾਨ ਆ ਬੈਠੇ ਰਹਿਣ ਦੋ, ਤੇ ਇਹ ਜਿਹੜੇ ਮੇਰੇ ਵੀਰ ਰਾਤ ਨੂੰ ਆ ਕੇ ਇਸ ਵੇਲੇ ਸਾਡੇ ਨਾਲ ਖੜੇ ਆ ਤੇ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਹੁਣ ਤਾਂ ਸ਼ਾਇਦ ਮੈਨੂੰ ਲੱਗਦਾ ਕੱਲ ਨੂੰ ਇਤਿਹਾਸ ਹੀ ਲਿਖਣ ਜਾ ਰਹੇ ਆ ਕਿ ਪਟਿਆਲੇ ਦੇ ਵਿੱਚ, ਮੈਨੂੰ ਤਾਂ ਲੱਗਦਾ ਨਹੀਂ ਕਿ ਅੱਜ ਤੱਕ ਐਡੀ ਵੱਡੀ ਟਰੈਕਟਰ ਰੈਲੀ ਨਿਕਲੀ ਹੋਣੀ ਹੈ ਜਿੱਡੀ ਵੱਡੀ ਹੈ ਮੇਰੇ ਕਿਸਾਨ ਭਰਾ ਕੱਢਣ ਲੱਗੇ ਆ। ਤੇ ਤਕਲੀਫ ਬਹੁਤ ਹੈ ਜੀ ਸਾਨੂੰ ਇੱਥੇ ਮੱਛਰਾਂ 'ਚ ਪਿਆ ਨੂੰ ਹੋ ਗਿਆ, ਤੇ ਸਾਡੇ ਕਈ ਮੇਰੇ ਵੀਰ ਬਿਮਾਰ ਵੀ ਹੋਏ ਆ। ਇੱਕ ਮੇਰਾ ਵੀਰ ਉੱਥੇ ਅਮਰ ਹਸਪੀਟਲ 'ਚ ਪਿਆ, ਐਕਸੀਡੈਂਟ ਹੋਇਆ ਰਾਤ ਉਹਦਾ, ਪਟਿਆਲੇ ਤੋਂ, ਜਿਹੜਾ ਲੰਗਰ ਸੇਵਾ ਕਰ ਰਿਹਾ ਸੀਗਾ, ਮੌਤ ਦੇ ਮੂੰਹ। ਕੋਈ ਸ਼ਰਮ ਨਹੀਂ। ਇਹਨਾਂ ਨੇ ਕੀ ਸੋਚਿਆ ਹੋਇਆ? ਸਰਕਾਰਾਂ ਦਾ ਇੱਕ ਬੜਾ ਗੰਦਾ ਰੂਪ ਹੈ ਇਹ। ਕੀ ਹੈ? ਤੁਸੀਂ ਕਰ ਰਹੇ ਹੋ ਕਵਰੇਜ ਤੇ ਨੋਟ ਕਰ ਲਿਓ, ਤੇ ਜੇ ਕੱਲ ਨੂੰ ਕਿਤੇ ਕੱਲ ਨੂੰ ਸਾਡਾ ਕੋਈ ਵੀਰ ਸ਼ਹੀਦ ਹੋ ਗਿਆ ਤੇ ਫਿਰ ਕੀ ਕਰਨਗੇ? ਉਹਦੇ ਪਰਿਵਾਰ ਨੂੰ ਇੱਕ ਨੌਕਰੀ, ਵਿੰਗਾ ਜਾਂ ਮੂੰਹ ਕਰਕੇ ਨਾ, ਉਹਦੇ ਪਰਿਵਾਰ ਨੂੰ ਨੌਕਰੀ ਤੇ 10 ਲੱਖ ਰੁਪਇਆ, ਮਾਰੇ ਜੁੱਤੀਆਂ ਰੱਖ ਕੇ ਇਹਨਾਂ ਦੇ ਮੂੰਹ ਤੇ ਚਾਂਟੇ ਵੀ ਮਰੇ ਤੋਂ ਬਾਅਦ ਕੀ ਕਰਨਾ ਹੈ। ਹੁਣ ਤਾਂ ਤੁਹਾਡੀਆਂ ਅੱਖਾਂ ਨਹੀਂ ਖੁੱਲ ਰਹੀਆਂ। ਕੋਈ ਸੂਰਮਾ ਜੰਮ ਜੇ ਯਾਰ। ਮੈਂ ਤਾਂ ਆਪਣੇ ਪਰਿਵਾਰ ਨੂੰ ਕਹੂੰਗਾ ਤੁਹਾਡੇ ਥਰੂ, ਤੇ ਜੇ ਕਿਤੇ ਇਹੋ ਜਿਹਾ ਹੋ ਗਿਆ ਨਾ ਤੇ ਉਹ ਨੋਟ ਇਹਨਾਂ ਦੇ ਮੂੰਹ ਤੇ ਵੱਜਣੇ ਚਾਹੀਦੇ ਆ। ਜੇ ਕਿਤੇ ਉਦੋਂ ਬਾਅਦ ਕਿਤੇ ਇਹੋ ਜਿਹਾ ਕੁਝ ਕਰਨ ਤੇ ਇਹਨਾਂ ਦੇ ਮੂੰਹ ਤੇ ਨੋਟ ਵੱਜਣੇ ਚਾਹੀਦੇ ਆ। ਲਾਈਟ ਵੀ ਬੋਲੋ। ਤੇ ਲਾਈਟ ਦਾ ਤਾਂ ਹੁਣ ਕੋਈ ਗੱਲ ਨਹੀਂ, ਹੁਣ ਲਾਈਟ ਦਾ ਬੌਦਰ ਹੀ ਨਹੀਂ ਕਰਦੇ ਅਸੀਂ। ਮੱਛਰ ਹੋ ਗਏ, ਲਾਈਟ ਹੋ ਗਈ, ਇਹਨਾਂ ਚੀਜ਼ਾਂ ਤੋਂ ਡਰ ਨਹੀਂ ਲੱਗਦਾ। ਜੇ ਇਹਨਾਂ ਚੀਜ਼ਾਂ ਤੋਂ ਡਰਨ ਲੱਗ ਗਏ ਫਿਰ ਅਸੀਂ ਇਹਨਾਂ ਦੇ ਡੰਡਿਆਂ ਤੋਂ ਵੀ ਡਰਨ ਲੱਗ ਜਾਾਂਗੇ। ਤਾਂ ਇਹ ਤਾਂ ਸਾਡੀ ਜਿਹੜੀ ਇੱਕ ਟ੍ਰੇਨਿੰਗ ਚੱਲ ਰਹੀ ਆ, ਟ੍ਰੇਨਿੰਗ ਚੱਲ ਰਹੀ ਆ। ਕਿਸਾਨ ਏਕਤਾ ਜਿੰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਮੈਂ ਇੱਕ ਗੱਲ ਕਹੂੰਗਾ ਤੁਹਾਡੇ ਮੀਡੀਆ ਦੇ ਰਾਹੀਂ ਸਾਰਿਆਂ ਨੂੰ, ਸਾਰੀਆਂ ਪਾਰਟੀਆਂ ਚੁੱਪ ਹੈ ਸਾਡੇ ਲਈ, ਕੋਈ ਪਾਰਟੀ ਮੂੰਹ ਨਹੀਂ ਖੋਲ ਰਹੀ। ਕਾਰਨ ਕੀ ਹੈ ਸਾਨੂੰ ਨਹੀਂ ਪਤਾ, ਸਾਨੂੰ ਨਹੀਂ ਸਮਝ ਆਈ। ਮੀਡੀਆ ਵੀ ਆ ਬੀਬੀ ਵਰਗੇ ਮਾੜੇ ਮੋਟੇ ਆ ਜਾਂਦੇ ਜਿਹੜੇ ਚੰਗੇ ਆ, ਜਿਵੇਂ ਵੱਡੇ ਟੀਵੀ ਆ, ਮੈਂ ਪੀਟੀਸੀ ਦਾ ਹੀ ਜ਼ਿਕਰ ਕਰ ਦੂੰਗਾ, ਉਹ ਤਾਂ ਬੜਾ ਤੋਤਿਆਂ ਵਾਂਗੂ ਬੋਲਦੇ ਆ, ਤੇ ਇੱਥੇ ਪਤਾ ਨਹੀਂ ਉਹਨਾਂ ਦੀ ਵੀ ਟੇਪ ਲੱਗ ਗਈ। ਕੋਈ ਬੋਲਣ ਨੂੰ ਤਿਆਰ ਹੀ ਨਹੀਂ ਸਾਡੇ ਲਈ, ਤੇ ਬੈਠੇ ਆ ਜੀ। ਹੁਣ ਕੱਲ ਨੂੰ ਤਾਂ ਬੋਲਣ ਲਾ ਦਾਂਗੇ, ਕੱਲ ਨੂੰ ਤਾਂ ਮੀਡੀਆ ਦੀ ਵੀ ਮਜਬੂਰੀ ਬਣਾ ਦਾਂਗੇ, ਤੇ ਫਿਰ ਇੰਨੇ ਦਿਨ ਹੋ ਗਏ ਤੁਹਾਡੇ ਸਾਹਮਣੇ। ਲੇਕਿਨ ਪ੍ਰਸ਼ਾਸਨ ਵੱਲੋਂ ਵੀ ਹੁਣ ਹੱਥ ਕੰਡੇ ਅਪਣਾਏ ਜਾਣਗੇ, ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਜਾਏਗਾ। ਜੇ ਅੱਗੇ ਨਹੀਂ ਵਧਣ ਦਿੱਤਾ ਜਾਏਗਾ ਤਾਂ ਤੁਸੀਂ ਉਸ ਟਾਈਮ ਕੀ ਕਰੋਗੇ? ਦੇਖੋ ਜੀ, ਜੇ ਤਾਂ ਅਸੀਂ ਗਲਤ ਹੈ ਤਾਂ ਦੱਸੋ। ਇੱਕ ਚੀਜ਼ ਮੈਂ ਪਹਿਲਾਂ ਵੀ ਕਹਿਤੀ ਤੇ ਹੁਣ ਵੀ ਕਹੂੰਗਾ, ਜਦੋਂ ਸਾਡੀਆਂ ਜ਼ਮੀਨ ਜਾਇਦਾਦਾਂ ਇਹ ਹੜੱਪਣਾ ਚਾਹੁੰਦੀ ਹੈ ਸਰਕਾਰ ਜੀ, ਸੈਂਟਰ ਤੇ ਕੈਪਟਨ ਸਰਕਾਰ ਹੜੱਪਣਾ ਚਾਹੁੰਦੀ ਆ ਜੀ, ਤੇ ਕਹਿੰਦੇ ਸਾਨੂੰ ਤਕਲੀਫ ਨਾ ਹੋਵੇ ਜੀ। ਅਸੀਂ ਇੱਥੇ, ਮੈਨੂੰ ਲੱਗਦਾ ਨਹੀਂ ਕਿ ਮਹਿਲਾਂ ਦੇ ਵਿੱਚ ਕੋਈ ਕੈਪਟਨ ਸਾਹਿਬ ਕਿਤੇ 4 ਸਾਲਾਂ 'ਚ 4.5 ਸਾਲਾਂ 'ਚ ਆਏ ਹੋਣਗੇ, ਤੇ ਉਹ ਕੰਧਾਂ ਹੀ ਆ।
ਤੇ ਫਿਰ ਕਿਸਾਨਾਂ ਕੋਲ ਹੀ ਆਉਣਾ ਤੁਸੀਂ ਵੋਟਾਂ। ਇਹਨਾਂ ਨੇ ਤਾਂ ਤੁਹਾਨੂੰ ਕੈਪਟਨ ਸਾਹਿਬ ਮੁੱਖ ਮੰਤਰੀ ਬਣਾਇਆ ਤੇ ਬਹਿ ਜਾਣ ਦਿਓ। ਤੁਹਾਡਾ 9 ਕਿੱਲਿਆਂ ਦਾ ਮਹਿਲ ਹੈ ਤੇ ਖੋਲ ਦਿਓ। ਏਸੀ ਵੀ ਲੱਗੇ ਹੋਏ ਸਾਡੇ ਕਿਸਾਨ ਉੱਥੇ ਸੌਖੇ, ਜਿੰਨਾ ਚਿਰ ਨਵੇੜਾ ਨਹੀਂ ਹੁੰਦਾ ਤੇ ਦਰਵਾਜ਼ੇ ਹੀ ਖੋਲ ਦਿਓ। ਰੌਲਾ ਕੀ ਹੈ? ਤੇ ਅਸੀਂ ਤੁਹਾਨੂੰ ਜ਼ਮੀਨਾਂ ਦੇ ਹੀ ਦੇਣੀਆਂ, ਸਾਡੇ ਤੋਂ ਲੈ ਹੀ ਲੈਣੀਆਂ ਤੇ ਸਾਡਾ ਤੁਸੀਂ ਉੱਥੇ ਮਾੜਾ ਮੋਟਾ ਮਾਨ ਸਤਿਕਾਰ ਕਰੋ, ਖੋਲੋ। ਤੇ ਉੱਥੇ ਤਕਲੀਫ ਹੈ ਉੱਥੇ, ਕਿਉਂਕਿ ਇਹਨਾਂ ਦੇ ਬਜ਼ੁਰਗਾਂ ਦੀ, ਇਹਨਾਂ ਦੇ ਇਹ ਰਾਜੇ ਮਹਾਰਾਜੇ ਆ ਨਾ, ਤੇ ਇਹਨਾਂ ਦੇ ਪਿਓ ਦਾਦਿਆਂ ਦੀ ਜ਼ਮੀਨ ਜ਼ਿਆਦਾ, ਤਾਂ ਤਕਲੀਫ ਹੈ। ਮੈਨੂੰ ਕਹਿ ਦਿੰਦੇ ਆ ਯਾਰ ਨਿੱਜੀ ਅਟੈਕ ਨਾ ਕਰਦੇ, ਕਿਹਦੇ ਕਰਾਂ? ਜਿਹੜੇ ਅਫਸਰ ਕੋਲੇ ਗਿਆ ਕਹਿੰਦਾ ਜੀ ਕੈਪਟਨ ਸਾਹਿਬ ਉਹ ਕਰ ਸਕਦੇ ਆ, ਮਹਾਰਾਣੀ ਸਾਹਿਬ ਕਹਿੰਦੇ ਵੀ ਉਹ ਕਰ ਸਕਦੇ ਆ। ਜਿਹਦੇ ਕੋਲ ਜਾਂਦੇ ਤੇ ਕੈਪਟਨ ਸਾਹਿਬ ਤੋਂ ਬਿਨਾਂ ਕੋਈ ਕਰ ਹੀ ਨਹੀਂ ਸਕਦਾ, ਤੇ ਫਿਰ ਕੈਪਟਨ ਸਾਹਿਬ ਤੁਹਾਨੂੰ ਹੀ ਕਹਾਂ। ਸੁਣਨ ਚ ਆਇਆ ਸੀ ਹੁਣ ਸ਼ਾਮ ਨੂੰ ਵੀ ਤੁਹਾਡੀ ਮੀਟਿੰਗ ਇੱਕ ਰੱਖਣ ਦੀ ਗੱਲਬਾਤ ਚੱਲ ਰਹੀ ਸੀ, ਕੀ ਤੁਸੀਂ ਉਹ ਮੀਟਿੰਗ ਕਰੋਗੇ? ਮੈਡਮ ਕਿਹਦੇ ਨਾਲ ਰੱਖੀ ਸਾਰਾ ਪਤਾ ਸਰਕਾਰ ਨੂੰ, ਸਰਕਾਰ ਨੂੰ ਪਤਾ ਕੀ ਕਰ ਰਹੀ ਹੈ। ਸਾਡੀ ਕੱਲੀ ਮੀਟਿੰਗ, ਹੁਣ ਤਾਂ ਫੈਸਲੇ ਦਾ ਸਮਾਂ ਹੈ ਜੀ। ਜਦੋਂ ਸਰਕਾਰ ਇੱਕ ਤਿਆਰੀ ਕਰ ਚੁੱਕੀ ਹੈ, ਇਹਨਾਂ ਦੇ ਅਵਾਰਡ ਸੁਣਾਉਣ ਦੀ ਤਿਆਰੀ ਕਰ ਚੁੱਕੀ ਹੈ, ਇਹਨਾਂ ਨੂੰ ਮਾਰਨ ਦੀ ਤਿਆਰੀ ਕਰ ਚੁੱਕੀ ਹੈ, ਫਿਰ ਮੀਟਿੰਗ ਕਿਸ ਚੀਜ਼ ਦੀ? ਮੀਟਿੰਗਾਂ ਪਹਿਲਾਂ ਹੁੰਦੀਆਂ, ਬਾਅਦ ਚ। ਹੁਣ ਤਾਂ ਫੈਸਲਾ ਕਰੋ ਤੁਸੀਂ ਜੀ। ਅਸੀਂ ਤਾਂ ਹੁਣ ਕਹਿਤਾ ਕਿ ਸਾਡੀਆਂ ਜ਼ਮੀਨਾਂ ਵੱਲ ਚੱਲੋ ਤੇ ਅਸੀਂ ਤੁਹਾਡੇ ਮਹਿਲ 'ਚ ਜਾਵਾਂਗੇ ਜੀ। ਸਾਡੀ ਤਾਂ ਲੜਾਈ ਆਰ ਪਾਰ ਦੀ ਹੈ ਜੀ, ਬੜੀ ਮਹਿੰਗੀ ਜ਼ਮੀਨ ਹੈ ਇਹਨਾਂ ਦੀ, ਕਹਿੰਦੇ 5 ਲੱਖ ਰੁਪਏ ਗਜ ਦੀ ਜ਼ਮੀਨ ਹੈ ਜੀ। ਤੇ ਫਿਰ ਇਹਨਾਂ ਨੂੰ ਕਿਵੇਂ ਤਕਲੀਫ ਹੋਊਗੀ? ਉਹ ਤਕਲੀਫ ਜੋ ਪਹਿਲਾਂ ਵੀ ਹੋਇਆ ਰਾਜੇ ਮਹਾਰਾਜਾ ਨਾਲ, ਜ਼ਿਮੀਦਾਰ ਜਦੋਂ ਉੱਠੇ ਸੀਗੇ ਉਦੋਂ ਇਹਨਾਂ ਦੀਆਂ ਜ਼ਗੀਰਾਂ ਹੀ ਗਈਆਂ ਸੀਗੀਆਂ। ਇਹ ਹੁਣ ਇਹ ਰੂਪ ਦਾ ਬਦਲ ਗਏ ਤੇ ਪਰ ਉਹੀ ਹਰਕਤਾਂ ਨਹੀਂ, ਹੋਰ ਹਰਕਤਾਂ ਉਹੀ ਹੈ ਕਿ ਇਹਨਾਂ ਦੀਆਂ ਜ਼ਮੀਨਾਂ ਖੋਲੋ ਤੇ ਲੁੱਟ ਲਓ। ਮਜ਼ਲੂਮਾਂ ਤੇ ਇਹਨਾਂ ਨੇ ਮਿਲ ਕੇ ਆਪਣੇ ਅਤਿਆਚਾਰ ਕੀਤਾ ਜਾ ਰਿਹਾ। ਜਾਂ ਤਾਂ ਪਹਿਲਾਂ ਸਰਕਾਰਾਂ ਨੇ ਦਿੱਤਾ ਨਾ ਹੋਵੇ ਜੀ, ਸਿੱਧੀ ਜੀ ਗੱਲ ਹੈ। ਜੇ ਕਾਨੂੰਨ ਗਲਤ ਬਣਿਆ ਤਾਂ ਉਹਦਾ ਜਿਹੜਾ ਹੈਗਾ ਉਹਦੇ ਖਿਲਾਫ ਸਾਨੂੰ ਲੜਨਾ ਪਊਗਾ। ਇਹ ਤਾਂ ਕਾਨੂੰਨ ਉੱਥੇ ਵੀ ਬਣ ਗਿਆ, ਫਿਰ ਅਸੀਂ ਦਿੱਲੀ ਵਾਲਾ ਵੀ ਚੁੱਪ ਕਰਕੇ ਸਵੀਕਾਰ ਕਰ ਲਈਏ, ਫਿਰ ਉੱਥੇ ਕੈਪਟਨ ਸਾਹਿਬ ਬੋਲਦੇ ਆ। ਇੱਥੇ ਵੀ ਕਾਨੂੰਨ ਗਲਤ ਹੈ ਤੇ ਇੱਥੇ ਵੀ। ਪਰ ਪਰੇਸ਼ਾਨੀ ਤਾਂ ਇੱਥੇ ਤੱਕ ਆ ਰਹੀ ਹੈ ਕਿ ਦੂਜੀਆਂ ਜਿਹੜੇ ਐਂਟੀ ਸਰਕਾਰਾਂ ਉਹ ਚੁੱਪ ਕਿਉਂ? ਅਸੀਂ ਸਵਾਲ ਪੁੱਛਾਂਗੇ ਕੱਲੇ ਨੂੰ ਜੀ। ਸਾਡੇ ਜ਼ਿਹਨ ਦੇ ਵਿੱਚ ਹੈਗਾ ਕਿ ਚਲੋ ਇਹ ਸਰਕਾਰ ਨੇ ਤਾਂ ਕਿਤੇ ਨਾ ਕਿਤੇ ਕੋਈ ਘਪਲਾ ਕੀਤਾ ਹੋਇਆ, ਦੂਜਿਆਂ ਤੇ ਦੰਦਲਾ ਕਿਉਂ ਪਈਆਂ ਹੋਈਆਂ? ਜਿਹੜੀ ਉਹ ਹਰਸਿਮਰਤ ਕੌਰ ਪਹਿਲਾਂ ਬੜੀ ਐ ਕਰਦੀ ਸੀ, ਫੰਗ ਚੱਕ ਕੇ ਕਿ ਸੜਕ ਮੈਂ ਲੈ ਕੇ ਆਈ, ਮੈਂ ਸੜਕ ਲੈ ਕੇ ਆਈ ਆ। ਇੱਕ ਕਾਟੋ ਕਲੇਸ਼ ਨਹੀਂ ਦੇਖਿਆ ਸਾਰੇ ਨੇ? ਸਾਰਾ ਦਿਨ ਇਹਨਾਂ ਦਾ ਤੋਤੇ ਵਾਂਗੂ ਬੋਲਦਾ ਸੀ, ਪੀਟੀਸੀ ਚੈਨਲ ਤੋਤੇ ਵਾਂਗੂ ਬੋਲਦਾ ਸੀ। ਕੈਪਟਨ ਕਹਿੰਦਾ ਸੀ ਮੈਂ ਲੈ ਕੇ ਆਇਆ ਬੱਕਰੇ ਵਾਂਗੂ, ਤੇ ਉਹ ਮੈਂ ਹੁਣ ਜੀ ਅਸੀਂ ਤਾਂ ਕਿਸੇ ਦੇ ਖਿਲਾਫ ਹੁਣ ਬੋਲਾਂਗੇ। ਹੁਣ ਸਾਡਾ ਸਮਾਂ ਆ ਗਿਆ, ਹੁਣ ਅਸੀਂ ਬੋਲਾਂਗੇ ਕਿ ਸਰਕਾਰਾਂ ਸਾਰੀਆਂ ਰਲੀਆਂ ਵੀ ਐ, ਇਹ ਸਾਰੇ ਇਕਜੁੱਟ ਹੋ ਚੁੱਕੇ ਆ। ਝਾੜੂ ਵਾਲੇ ਵੀ ਨਾਲ ਰਲੇ ਵੇ ਆ ਕਿਹੜੇ ਆ ਸਾਲੇ ਤੱਕੜੀ ਵਾਲੇ ਵੀ ਨਾਲ ਰਲੇ ਵੇ ਆ, ਕਾਂਗਰਸ ਵੀ, ਸਾਰੇ ਇਹਨਾਂ ਦੇ ਬਿਜ਼ਨਸ ਚੱਲਦੇ ਆ। ਇਸ ਲਈ ਕਿਸਾਨਾਂ ਦੇ ਨਾਲ ਨਹੀਂ ਖੜੇ ਤੇ ਨਹੀਂ ਕੱਲ ਨੂੰ। ਅਸੀਂ ਤਾਂ ਕਿਸੇ ਪਾਰਟੀ ਨੂੰ ਰੋਕਿਆ ਨਹੀਂ, ਸਾਡੇ ਕੋਲ ਨਾ ਆਓ, ਅਸੀਂ ਹਰੇਕ ਦਾ ਵੈਲਕਮ ਕੀਤਾ ਜਿਹੜਾ ਵੀ ਆ ਗਿਆ। ਤੇ ਮੈਂ ਇੱਕ ਮੇਰੇ ਵੀਰ ਦਾ ਧੰਨਵਾਦ ਕਰੂੰ ਰਖੜਾ ਸਾਹਿਬ ਦਾ, ਉਹ ਬਤੌਰ ਕਿਸਾਨ ਬਣ ਕੇ ਆਏ। ਹੋ ਸਕਦਾ ਦੇਖੋ ਮੈਂ ਤਾਂ ਇੱਕ ਗੱਲ ਕਹਿੰਦਾ, ਜਿਹੜਾ ਚੰਗਾ ਕੰਮ ਕਰਦਾ ਕਿਸੇ ਨੂੰ ਮਾੜਾ ਲੱਗੇ ਕਿਸੇ ਨੂੰ ਨਾ ਲੱਗੇ, ਜਿਹੜਾ ਚੰਗਾ ਕੰਮ ਕਰੂਗਾ ਬਤੌਰ ਕਿਸਾਨ ਆਏ ਆ, ਉਹਨਾਂ ਨੇ ਸਾਡੀ ਇੱਥੇ ਮਦਦ ਕੀਤੀ ਆ। ਪਟਿਆਲੇ ਚ ਆਏ ਮੈਂ ਉਹਨਾਂ ਦਾ ਧੰਨਵਾਦ ਕਰਦਾ, ਤੁਹਾਡੇ ਚੈਨਲ ਰਾਹੀਂ ਵੀ ਕਰਦਾ। ਜਿਹੜਾ ਚੰਗਾ ਕੋਈ ਬੰਦਾ ਸਾਡੀ ਮਦਦ ਕਰੂਗਾ ਬਤੌਰ ਕਿਸਾਨ, ਉਹਨਾਂ ਨੇ ਸਾਫ਼ ਕਹਿਤਾ ਕਿ ਮੈਂ ਕਿਸੇ ਪਾਰਟੀ ਲੈਵਲ ਤੇ ਨਹੀਂ ਆਇਆ, ਮੈਂ ਆਪਦੀ ਜੇਬ ਚੋਂ ਤੁਹਾਡੀ ਮਦਦ ਕਰਨ ਆਇਆ। ਤੇ ਅਸੀਂ ਉਹਨਾਂ ਦਾ ਸ਼ੁਕਰਾਨਾ ਵੀ ਕਰਦੇ ਆ। ਤੇ ਜਿਹੜੇ ਚੰਗੇ ਆ ਪਟਿਆਲੇ ਦੇ ਸਾਡੇ ਵੀਰਾਂ ਨੇ ਸਾਡੀ ਮਦਦ ਕੀਤੀ ਆ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ। ਪਰ ਸਰਕਾਰਾਂ ਜਾਂ ਅਕਾਲੀ ਦਲ ਜਾਂ ਝਾੜੂ, ਜਿਹੜਾ ਇਹਨਾਂ ਦਾ ਰਵੱਈਆ ਰਿਹਾ ਇਹ ਬਹੁਤ ਮਾੜਾ ਰਿਹਾ ਸਾਡੇ ਨਾਲ। ਅਸੀਂ ਸਾਰਿਆਂ ਨੂੰ, ਕੋਈ ਗੱਲ ਨਹੀਂ, ਸਮਾਂ ਬਹੁਤ ਨੇੜੇ ਆ ਗਿਆ, ਉਸ ਸਮੇਂ ਸਾਡੇ ਕਿਸਾਨ ਵੀਰ ਜਵਾਬ ਦੇਣਗੇ ਹਰੇਕ ਗੱਲ ਦਾ। ਜੀ ਦੋਸਤੋ ਤੁਸੀਂ ਸੁਣ ਲਿਆ, ਕਿਸਾਨ ਅੱਕੇ ਪਏ ਨੇ, ਬਿਲਕੁਲ ਹੀ ਸਾਰੀਆਂ ਸਰਕਾਰਾਂ ਤੋਂ ਅੱਕੇ ਪਏ ਨੇ। ਉਹਨਾਂ ਨੇ ਸਿੱਧਾ ਹੀ ਆਪਣਾ ਫੈਸਲਾ ਦਿੱਤਾ, ਲੜਾਈ ਹੁਣ ਆਰ ਜਾਂ ਪਾਰ ਦੀ ਹੋਏਗੀ। ਆਪਾਂ ਯੂਥ ਨਾਲ ਵੀ ਕਰਦੇ ਆ ਗੱਲਬਾਤ, ਉਹ ਕੀ ਕਹਿੰਦੇ ਨੇ। ਹਾਂਜੀ ਦੱਸਿਓ, ਆਜੋ ਵੀਰੋ, ਬੋਲੋ। ਕਰ ਰਹੀ ਹੈ ਸਰਕਾਰ ਸਾਡੇ ਨਾਲ ਜੀ। ਹਾਂਜੀ, ਸਾਡੀਆਂ ਜ਼ਮੀਨਾਂ ਸੋਨੇ ਦੇ ਭਾਅ ਦੀਆਂ ਜ਼ਮੀਨਾਂ ਇਹ ਸਾਡੇ ਕੌਡੀਆਂ ਦੇ ਭਾਅ ਖਰੀਦਣ ਨੂੰ ਤਿਆਰ ਹੈ ਸਰਕਾਰ। ਸਾਡਾ 25 30 ਪਲੱਸ 35 ਲੱਖ ਨੂੰ ਕਿੱਲਾ ਹੈ, ਜਿਹੜਾ ਇਹ 9 ਲੱਖ ਨੂੰ ਤੇ 10 ਲੱਖ ਨੂੰ ਖਰੀਦਣ ਨੂੰ ਤਿਆਰ ਹੈ ਜੀ। ਉਹ ਸਾਡੇ ਕੋਲੋਂ ਨਹੀਂ ਦਿੱਤਾ ਜਾਊਗਾ। ਜਿਹੜੇ ਹਿਸਾਬ ਨਾਲ ਸਾਡੇ ਬਾਬੇ ਦਾਦਿਆਂ ਨੇ ਜ਼ਮੀਨ ਖਰੀਦੀ ਹੋਈ ਹੈ, ਬਾਕੀ ਉਪਜਾਊ ਕੀਤੀ ਹੋਈ, ਉਹ ਅਸੀਂ ਕਿਸੇ ਵੀ ਭਾਅ ਕੌਡੀਆਂ ਦੇ ਭਾਅ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈਗੇ ਜੀ। ਜੇ ਸਾਡੀ ਸਹਿਮਤੀ ਹੋਊ ਅਸੀਂ ਤਾਂ ਜ਼ਮੀਨ ਦੇਵਾਂਗੇ, ਨਹੀਂ ਤਾਂ ਸਾਡਾ ਜਿਹੜਾ ਦਿੱਲੀ ਵਾਲਾ ਸੰਘਰਸ਼ ਚੱਲ ਰਿਹਾ ਹੈ ਕਾਲੇ ਕਾਨੂੰਨਾਂ ਦਾ, ਪਹਿਲਾਂ ਉਹਨਾਂ ਦਾ ਫੈਸਲਾ ਹੋਵੇ, ਫਿਰ ਅਸੀਂ ਜ਼ਮੀਨ ਦੇਣ ਨੂੰ ਹਾਂ ਕਰਾਂਗੇ, ਨਹੀਂ ਉਹਨਾਂ ਚਿਰ ਅਸੀਂ ਜ਼ਮੀਨ ਦੇਣ ਨੂੰ ਹਾਂ ਨਹੀਂ ਕਰਦੇ। ਹੁਣ ਤੱਕ ਕਿੰਨੇ ਕੁ ਟਰੈਕਟਰ ਪਹੁੰਚ ਚੁੱਕੇ ਨੇ? ਆਓ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਉਂਦੇ ਆ, ਕਿੰਨੇ ਕੁ ਟਰੈਕਟਰ ਆ ਚੁੱਕੇ ਨੇ, ਲਾਈਟਾਂ ਚਲਾ ਦਿੰਦੇ ਨੇ। ਅਸੀਂ ਇਹਨਾਂ ਨੂੰ ਕਹਿੰਦੇ ਕਿ ਅਸੀਂ ਟਰੈਕਟਰ ਦੀਆਂ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ। ਪਟਿਆਲਾ ਸ਼ਹਿਰ ਦੇ ਵਿੱਚ ਹਨੇਰਾ ਹੋਇਆ ਪਿਆ, YPS ਚੌਂਕ ਜਿਹੜਾ ਕਿ ਇਹ VIP ਏਰੀਆ ਹੈ, VIP ਏਰੀਆ ਦੇ ਵਿੱਚ ਬਿਲਕੁਲ ਹਨੇਰਾ ਹੋਇਆ ਪਿਆ। 200 ਗੱਜ ਦੀ ਜਿਹੜੀ ਇਹ ਰੋਡ ਹੈ, ਇੱਥੇ ਸਾਰੇ ਹਨੇਰਾ ਹੋਇਆ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ। ਅਸੀਂ ਇਹ ਵੀਰਾਂ ਨੂੰ ਕਵਾਂਗੇ ਟਰੈਕਟਰ ਦੀਆਂ ਲਾਈਟਾਂ ਜ਼ਰੂਰ ਦਿਖਾ ਦੇਣ ਕਿ ਇੱਥੇ ਕਿੰਨੇ ਕੁ ਟਰੈਕਟਰ ਪਹੁੰਚ ਚੁੱਕੇ ਹੋਏ ਨੇ। ਲਾਈਟਾਂ ਛੱਡ ਪ੍ਰਬੰਧ ਨਹੀਂ ਜੀ, ਕੋਈ ਰੋਟੀ ਖਾਧੀ ਹੈ ਜੀ ਅਸੀਂ 2 ਕਿਲੋਮੀਟਰ ਪਾਉਂਗੇ, 2-2.5 ਕਿਲੋਮੀਟਰ ਰੋਟੀ ਦੀ ਲਾਈਟ ਹੀ ਸਰਕਾਰ ਮੁਰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ।
ਕਿਸਾਨ ਏਕਤਾ ਜਿੰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਤੁਸੀਂ ਦੇਖ ਰਹੇ ਹੋ ਹਨੇਰੇ ਦੇ ਵਿੱਚ ਸਾਰੇ ਲੋਕ ਬੈਠੇ ਹੋਏ ਨੇ, ਫੋਨ ਦੀਆਂ ਟਾਰਚ ਜਗਾਈਆਂ ਹੋਈਆਂ ਔਰ ਲੰਗਰ ਖਾ ਰਹੇ ਨੇ। ਤੁਸੀਂ ਦੇਖ ਰਹੇ ਹੋ। ਮੈਂ ਨਾ ਵੀਰਾਂ ਨੂੰ ਕਹੂੰਗੀ ਆਪਣੇ ਆਪਣੇ ਫੋਨ ਦੀ ਟਾਰਚ ਜਗਾ ਲਓ ਕਿਉਂਕਿ ਹਨੇਰੇ ਦੇ ਵਿੱਚ ਪਤਾ ਨਹੀਂ ਚੱਲ ਰਿਹਾ। ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ। ਟਾਰਚ ਜਗਾ ਕੇ ਲੰਗਰ ਛਕਿਆ ਜਾ ਰਿਹਾ ਹੈ। ਤੁਸੀਂ ਦੇਖ ਰਹੇ ਹੋ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਸੀ। ਮੁਰਦਾਬਾਦ ਆਪਣੇ ਫੋਨ ਦੀਆਂ ਟਾਰਚ ਜਗਾਈਆਂ ਹੋਈਆਂ ਔਰ ਲੰਗਰ ਛਕ ਰਹੇ ਨੇ, ਜ਼ਮੀਨ ਦੇ ਉੱਪਰ ਬੈਠੇ ਹੋਏ ਨੇ। ਇਹ ਕਿਸਾਨਾਂ ਦੀ ਜਿਹੜੀ ਮੁਕਤ ਇਸ ਟਾਈਮ ਬੇਕਦਰੀ ਹੋ ਰਹੀ ਹੈ। ਤੁਸੀਂ ਦੇਖ ਰਹੇ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ, ਲੇਕਿਨ ਜਿਹੜੇ ਅੰਨਦਾਤਾ ਜ਼ਮੀਨਾਂ ਦੇ ਉੱਤੇ ਬੈਠਾ ਹੋਇਆ ਮਜਬੂਰ ਹੋਇਆ ਸਰਕਾਰ ਨੇ ਇਹਨਾਂ ਕੋ ਮਜਬੂਰ ਇਹਨਾਂ ਨੂੰ ਕਰ ਦਿੱਤਾ ਹੈ ਕਿ ਜ਼ਮੀਨਾਂ ਤੇ ਬੈਠ ਕੇ ਇਹਨਾਂ ਨੂੰ ਲੰਗਰ ਛਕਣਾ ਪੈ ਰਿਹਾ। ਲੇਕਿਨ ਤੁਸੀਂ ਦੇਖ ਰਹੇ ਹੋ ਤਸਵੀਰਾਂ, ਲਾਈਵ ਤਸਵੀਰਾਂ। ਮਹੀਨਾ ਹੋ ਗਿਆ ਜੀ ਸਾਨੂੰ ਸੜਕਾਂ ਦੇ ਬੈਠੇ ਨੂੰ, 4 ਮਹੀਨੇ ਹੋ ਗਏ ਸਾਡਾ ਧਰਨਾ ਰੋਜ਼ਾਨਾ ਚੱਲ ਰਿਹਾ। ਅੱਗੇ ਜੀ ਟਰੈਕਟਰ ਤੁਸੀਂ ਦੇਖੋ ਅਸੀਂ ਲਾਈਟਾਂ ਜਗਾ ਕੇ ਨਾ ਦਿਖਾ ਰਹੇ ਹਾਂਗੇ ਖਾਣਾ। ਕੈਪਟਨ ਜੀ ਮੋਦੀ ਦਾ ਸਾਡਾ ਪੁੱਤ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਬਜਿੰਦਰ ਸਿੰਘਲਾ ਮੁਰਦਾਬਾਦ ਬਜਿੰਦਰ ਸਿੰਘਲਾ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਕਿਸਾਨ ਏਕਤਾ ਜਿੰਦਾਬਾਦ। ਤੁਸੀਂ ਦੇਖ ਰਹੇ ਹੋ ਕਿਸਾਨ ਏਕਤਾ ਜਿੰਨੇ ਕਾਨੂੰਨ ਵਾਪਸ ਕਰੋ। ਬਜ਼ੁਰਗ ਵੀ ਬਹੁਤ ਆਏ ਹੋਏ ਨੇ। ਸਵੇਰੇ ਇਸੇ ਜਗ੍ਹਾ ਤੇ ਟਰੈਕਟਰ ਮਾਰਚ ਕੀਤਾ ਜਾਏਗਾ ਪਟਿਆਲਾ ਦੇ ਵਿੱਚ 30 ਅਪ੍ਰੈਲ ਨੂੰ, ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਟਰੈਕਟਰ ਮਾਰਚ ਕੀਤਾ ਜਾਏਗਾ। 30 ਅਪ੍ਰੈਲ ਨੂੰ ਟਰੈਕਟਰ ਮਾਰਚ ਕੀਤਾ ਜਾਏਗਾ। ਮੈਂ ਦਿਖਾਣਾ ਚਾਹਾਂਗੀ ਜਿਹੜੇ ਆਪਣੇ ਬਜ਼ੁਰਗ ਨੇ ਉਹ ਇਸ ਮਤਲਬ ਕਿ ਟੈਂਟ ਦੇ ਨੀਚੇ ਸੁੱਤੇ ਹੋਏ ਨੇ। ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ, ਸਿਰਫ ਇੱਕ ਬਲਬ ਚੱਲ ਰਿਹਾ, ਪੱਖਿਆਂ ਦਾ ਕੋਈ ਪ੍ਰਬੰਧ ਨਹੀਂ ਹੈਗਾ। ਲੇਕਿਨ ਗਰਮੀ ਦੇ ਵਿੱਚ ਇਹ ਬੈਠੇ ਹੋਏ ਨੇ, ਆਪਣੇ ਹੱਕਾਂ ਨੂੰ ਲੈਣ ਵਾਸਤੇ ਬੈਠੇ ਹੋਏ ਨੇ। ਬਜ਼ੁਰਗੋ ਕਿੱਥੋਂ ਆਏ ਹੋ ਤੁਸੀਂ? ਹਾਂਜੀ ਹਾਂਜੀ, ਕੀ ਨਾਮ ਹੈ ਤੁਹਾਡਾ? ਸੋਹਣਾ ਸਿੰਘ। ਕੀ ਪ੍ਰੋਬਲਮ ਕੀ ਆ ਰਹੀ ਹੈ? ਪ੍ਰੋਬਲਮ ਇਹੀ ਆਈ, ਸਾਨੂੰ ਕੋਈ ਦਿੰਦੇ ਤਾਂ ਹੈ ਨਹੀਂ ਗੇ, ਸਾਡੇ ਦਾ ਛੱਤਰ ਮਾਰ ਦੇਣਾ। ਅੱਛਾ ਜੀ ਜ਼ਮੀਨਾਂ ਖੋਦੇ ਆ ਜੀ। ਜ਼ਮੀਨਾਂ ਦੀ ਉਹ ਸਾਨੂੰ ਸੜਕ ਤੇ ਲੈ ਗਏ ਜੀ ਤੇ ਫਿਰ ਅਸੀਂ ਕੀ ਕਰੀਏ ਹੁਣ? ਜੀ ਜੀ ਸਾਡੇ ਕੋਲ ਅਸੀਂ ਲੜਾਂਗੇ ਜੀ। ਜੀ ਸਾਨੂੰ ਤਾਂ ਸਾਡਾ ਹੱਕ ਦਿਓ ਜੀ। ਜੇ ਹੱਕ ਨਹੀਂ ਮਿਲਦਾ ਤਾਂ ਤੁਸੀਂ ਕੀ ਕਰਦੇ ਅਸੀਂ ਹੋ? ਲੜਾਂਗੇ ਜੀ। ਅਸੀਂ ਤਾਂ ਦਿਹਾੜੀ ਕਰਦੀ ਆ। ਨਹੀਂ ਜੇ ਹੱਕ ਨਹੀਂ ਮਿਲੇਗਾ ਤੁਹਾਨੂੰ ਤਾਂ ਫਿਰ ਸਰਕਾਰ ਨਾਲ ਕੀ ਕਰੋਗੇ? ਆਪਾਂ ਲੜਾਈ ਕਰਾਂਗੇ। ਇੱਥੇ ਮਰਾਂਗੇ ਜੀ। ਟੱਕਰ ਲਾਵਾਂਗੇ ਪੂਰੇ ਸਾਡਾ ਹਾਂਜੀ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਲੜਾਈ ਕਰਾਂਗੇ ਸਾਡਾ ਅਸੀਂ ਜਿੰਨਾ ਟਾਈਮ ਜੀ ਸਰਕਾਰ ਹਰ ਵਾਰੀ ਵਾਅਦੇ ਕਰਦੀ ਹੈ ਲੇਕਿਨ ਵਾਅਦੇ ਕਰਕੇ ਮੁੱਕਰ ਜਾਂਦੀ ਹੈ। ਤੇ ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਵੀ ਅਸੀਂ ਜਿੰਦੇ ਦੀ ਮਾਲਨਾ ਇੱਕ ਜ਼ਮੀਨ ਦਾ ਜੀ ਉਹ ਸਾਡੀਆਂ ਜ਼ਮੀਨਾਂ ਖੋਣ ਨੂੰ ਫਿਰਦੇ ਧੱਕੇ ਨਾਲ ਖੋਣ ਨੂੰ ਫਿਰਦੇ ਨੇ, ਜੀ ਨਾ ਸਾਨੂੰ ਰੇਟ ਦਿੰਦੇ ਆ ਉਹ। ਜੀ ਹੂੰ ਜੀ ਸਾਡੇ ਹੱਕ ਪੂਰੇ ਦੇਣ ਜ਼ਮੀਨ ਦੇ, ਫੇਰ ਛੱਡਾਂਗੇ ਨਹੀਂ, ਛੱਡਦੇ ਨਹੀਂ ਕਮਾਲਣਾ ਵੀ। ਜੇ ਹੱਕ ਨਹੀਂ ਮਿਲਣਗੇ ਤੁਸੀਂ ਨਹੀਂ ਛੱਡੋਗੇ। ਹਾਂ ਲੜਾਈ ਮਾਰਨਾ ਕੈਪਟਨ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂ ਕੈਪਟਨ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ? ਕੈਪਟਨ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ? ਮੋਦੀ ਸਰਕਾਰ ਮੋਦੀ ਸਰਕਾਰ ਸਰਕਾਰਾਂ ਦੇ ਖਿਲਾਫ ਨਾਰੇ ਤੁਸੀਂ ਸੁਣਦੇ ਹੋ। ਕੈਪਟਨ ਸਰਕਾਰ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ। ਚਾਬੀ ਤੂੰ ਸਾਰੇ ਕੱਢ ਕੇ ਬੰਦੇ ਸਾਹਮਣੇ ਪਰ ਗਏ ਆਏ ਅਸੀਂ ਦਿਖਾਣੇ ਆ ਲੰਗਰ ਬੰਦ ਹੋ ਗਿਆ। ਦਿਖਾ ਦਿੰਦੇ ਇੱਧਰ ਆ ਗਈ ਆਪਣੇ ਕੋਲ ਆ ਜਾ ਲਾਈਟ ਚਲਾਓ ਜੀ। ਉਹ ਜੀ ਸਾਡੇ ਪ੍ਰਧਾਨ ਲਾਈਟ ਚਲਾ ਦਿਓ ਮਾੜੀ, ਫੋਨ ਦੀ ਲਾਈਟ ਚਲਾ ਦਿਓ ਯਾਰ। ਜਿਹੜੇ ਆਪਣੇ ਬਜ਼ੁਰਗ ਕਿਸਾਨ ਨੇ ਆਏ ਹੋਏ ਨੇ ਉਹ ਵੀ ਕਹਿੰਦੇ ਨੇ ਅਸੀਂ ਆਪਣੇ ਜਿਹੜੇ ਵਿਚਾਰ ਨੇ ਜ਼ਰੂਰ ਦੱਸਣਾ ਚਾਹੁੰਦੇ ਆ ਤੇ ਅਸੀਂ ਕਰਦੇ ਆ ਗੱਲਬਾਤ। ਉਹ ਕੀ ਕਹਿੰਦੇ ਨੇ? ਹਾਂਜੀ ਸਰ। ਮੈਡਮ ਅਸੀਂ ਕੋਈ ਚਾਅ ਨੂੰ ਨਹੀਂ ਆਏ। ਜੀ ਸਾਡੀ ਜ਼ਮੀਨ
ਜਿਹੜੀ ਆ ਭਾਰਤ ਮਾਲਾ 4 ਸੜਕਾਂ ਵੈਸੇ ਬਾਹਲਾ ਨਾਂ ਤੱਕ ਲੱਗੇ 4 ਸੜਕਾਂ ਜਿਹੜੀਆਂ ਆਉਂਦੀਆਂ ਪੰਜਾਬ ਦੇ ਵਿੱਚ ਇਹ ਸਾਡੀ ਜ਼ਮੀਨ ਕੌਡੀਆਂ ਦੇ ਭਾਅ ਲਾ ਰਹੇ ਆ ਸਾਡਾ ਜਿਹੜਾ ਇਹ ਕਲੈਕਟਰ ਰੇਟ ਆ 6-7 ਲੱਖ ਤੋਂ ਵੱਧ ਪੰਜਾਬ ਦਾ ਕਿਸੇ ਦਾ ਵੀ ਹੈ ਨਹੀਂਗਾ ਉਹਦੇ ਨਾਲ ਸਾਨੂੰ ਕਿ 15-16 ਲੱਖ ਰੁਪਏ ਹੀ ਮਿਲਦਾ ਹੈਗਾ ਜਦੋਂ ਕਿ ਸਾਡੇ ਪਿੰਡਾਂ ਦੇ ਵਿੱਚ ਭਾਅ 25 ਤੋਂ 30 ਲੱਖ ਰੁਪਏ ਕਿੱਲਾ ਚੱਲਦਾ ਹੈ ਤੇ ਉਹਦੇ ਵਿੱਚ ਜਾੜਾ ਪਤਾ ਹੀ ਮਿਲਦਾ ਹੁੰਦਾ 75% ਮਾਡਰਨ ਵਸੇਪਾ ਵੀ ਹੁੰਦਾ ਨਵੀਨੀਕਰਨ ਉਹ ਵੀ ਨਹੀਂ ਸਾਨੂੰ ਦੇ ਰਹੇ ਸਾਨੂੰ ਤਾਂ ਜਿਹੜੀ ਪੂਰੀ ਕੀਮਤ ਉਹ ਵੀ ਨਹੀਂ ਦੇ ਰਹੇ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਜੇ ਤੁਸੀਂ ਜ਼ਮੀਨ ਅਕਵਾਇਰ ਕਰਨੀ ਆ ਮੋਦੀ ਨੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਅਡਾਨੀਆਂ ਵਾਸਤੇ ਇਹ ਉਹਨਾਂ ਵਾਸਤੇ ਬਣ ਰਹੀ ਆ ਸਾਡੇ ਪਬਲਿਕ ਵਾਸਤੇ ਇਹਨੂੰ ਕੋਈ ਸੜਕ ਦਾ ਫਾਇਦਾ ਨਹੀਂ ਨਾ ਸਾਡਾ ਕੋਈ ਟਰੈਕਟਰ ਚੱਲੇ ਨਾ ਘੋਰੇ ਜੇ ਦੇਣਾ ਸਾਡੇ ਮਾਰਕੀਟ ਜਿਹੜਾ ਬਾਜ਼ਾਰ ਹੈਗਾ ਜ਼ਮੀਨ ਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਸਾਨੂੰ ਮਿਲਣਾ ਇਹਦਾ ਅਸੀਂ ਜ਼ਮੀਨ ਹੀ ਨਹੀਂ ਦੇਣੀ ਉਹਦੇ ਤੇ ਅਸੀਂ ਜ਼ਮੀਨ ਨਹੀਂ ਦੇਣੀ ਮਲਟੀਪਲ ਫਾਈਟਰ ਟੂ ਲਾ ਕੇ ਉਹਦੇ ਤੇ ਸਾਨੂੰ ਜਿਹੜਾ ਅਜਾੜਾ ਪੱਤਾ ਤੇ ਵੇਗਾ ਜਿਹੜਾ ਪੁਨਰ ਨਿਵਾਸ ਆ ਉਹ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਦੇਣਾ ਚਾਹੁੰਦੇ ਨਹੀਂ ਸੜਕ ਸਾਡੀਆਂ ਚਾਰੇ ਸੜਕਾਂ ਬੰਦ ਹੀ ਹੋਣ ਪਰ ਸਾਨੂੰ ਚਾਹੇ ਤੁਸੀਂ ਸੁਣ ਲਿਆ ਕਿ ਕਿਸਾਨਾਂ ਨੇ ਕਹਿਤਾ ਹੈ ਕਿ ਚਾਹੇ ਉਹਨਾਂ ਦੇ ਖੇਤ ਉਹ ਵਾਹਨ ਜਾਂ ਨਾ ਉਹਨਾਂ ਨੂੰ ਵਾਹਨ ਤਾਂ ਲੇਕਿਨ ਉਹ ਸਰਕਾਰ ਨੂੰ ਆਪਣੀ ਮਰਜ਼ੀ ਨਾਲ ਹੀ ਦੇਣਾ ਚਾਹਣਗੇ ਕਿਉਂਕਿ ਉਹਨਾਂ ਦੀ ਆਪਣੀ ਪ੍ਰਾਪਰਟੀ ਹੈ ਜੱਦੀ ਪ੍ਰਾਪਰਟੀ ਹੈ ਲੇਕਿਨ ਜਿਹੜੀ ਸਰਕਾਰ ਹੈ ਜ਼ਬਰਦਸਤੀ ਕਰਕੇ ਉਹਨਾਂ ਤੋਂ ਉਹਨਾਂ ਦੇ ਹੱਕ ਲੈ ਰਹੀ ਹੈ ਤੇ ਰੋਸ ਦੇਖਣ ਨੂੰ ਮਿਲ ਰਿਹਾ ਆਮ ਜਨਤਾ ਦੇ ਵਿੱਚ ਕਿਸਾਨਾਂ ਦੇ ਵਿੱਚ ਕਿ ਉਹ ਕਹਿੰਦੇ ਨੇ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦੇਣਾ ਚਾਹੁੰਦੇ ਆ ਤੇ ਇਸ ਕਰਕੇ ਟਰੈਕਟਰ ਮਾਰਚ 30 ਮਾਰਚ ਨੂੰ ਲਗਾਉਣ ਲਈ ਅੱਜ ਇਕੱਠੇ ਹੋ ਚੁੱਕੇ ਨੇ ਹਾਂਜੀ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਜੀ ਜ਼ਮੀਨਾਂ ਪਹਿਲੀ ਗੱਲ ਤਾਂ ਅਸੀਂ ਜ਼ਮੀਨਾਂ ਦੇ ਕੇ ਨਹੀਂ ਖੁਸ਼ ਜੀ ਸਾਡੀ ਮੰਗ ਇਹੀ ਹੈ ਭਾਰਤ ਮਾਲਾ ਜੋ ਬਣ ਰਹੀਆਂ ਜੇ ਸਰਕਾਰ ਸਾਡੇ ਧੱਕੇ ਨਾਲ ਜ਼ਮੀਨ ਖੋਣੀ ਵੀ ਚਾਹੁੰਦੀਆਂ ਜੋ ਆਪਣਾ ਮਾਰਕੀਟ ਰੇਟ ਆ ਸਾਡੇ 35-40 ਲੱਖ ਦਾ ਭਾਅ ਪਿੰਡ ਦੇ ਵਿੱਚ ਉਹਦਾ 4 ਗੁਣਾ ਤਾਂ ਸਾਡਾ ਬਣਦਾ ਹੀ ਬਣਦਾ ਉੱਤੇ ਜਿਹੜੀ ਜ਼ਮੀਨ ਬਚਦੀ ਆ ਉਹਦਾ 75% ਸਾਨੂੰ ਇਹੀ ਮੰਗ ਆ ਸਾਡੀ ਜ਼ਮੀਨਾਂ ਜੇ ਸਰਕਾਰ ਤੁਹਾਨੂੰ ਇਹ ਮੁੱਲ ਨਹੀਂ ਦਿੰਦੀ ਫਿਰ ਤੁਸੀਂ ਅਸੀਂ ਜ਼ਮੀਨਾਂ ਨਹੀਂ ਦੇਵਾਂਗੇ ਪਿੱਛੇ ਮਰ ਜਾਾਂਗੇ ਜਿਹੜਾ ਬਲਡੋਜ਼ਰ ਆਊਗਾ ਥੱਲੇ ਮਰਾਂਗੇ ਆ ਕੇ ਜਿਹੜਾ ਕਹਿੰਦਾ ਸਾਡੇ ਆਉਣਗੇ ਸੜਕ ਵਾਲੇ ਕੋਈ ਮਿੱਟੀ ਪਾਉਣ ਆਉਣਗੇ ਅਸੀਂ ਜਿਹੜੇ ਪਿੰਡ ਪੜਨਗੇ ਅਸੀਂ ਉੱਥੇ ਜਾ ਕੇ ਧਰਨਾ ਲਾ ਕੇ ਬੈਠ ਜਾਾਂਗੇ ਉੱਥੇ ਜਾ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਜੋ ਸਾਡੇ ਹਥਿਆਰ ਹੁੰਦੇ ਨੇ ਖੇਤਾਂ ਦੇ ਵਿੱਚ ਪਈਆਂ ਜਾਂ ਦਾਤੀਆਂ ਜਾਂ ਖੁਰਪੇ ਕੁਝ ਵੀ ਹੈ ਜੇ ਕਰਮਚਾਰੀ ਕੋਈ ਸਾਡੇ ਖੇਤ ਦੇ ਵਿੱਚ ਬਣਨ ਦੀ ਕੋਸ਼ਿਸ਼ ਕਰੂਗਾ ਨਾ ਸਾਡੀ ਜ਼ਮੀਨ ਬਿਨ ਗਈ ਦੇ ਤਾਂ ਅਸੀਂ ਜਾਂ ਤਾਂ ਉਹ ਨਹੀਂ ਹੈਗੇ ਜਾਂ ਅਸੀਂ ਨਹੀਂ ਹੈਗੇ ਅਸੀਂ ਮਰਾਂਗੇ ਜਿਵੇਂ ਐਸਵਾਈਐਲ ਤੇ ਹੋਇਆ ਸੀ ਨਾ ਜਿਹੜਾ ਅੱਜ ਟਰੈਕਟਰ ਮਾਰਚ ਕੀਤਾ ਜਾਏਗਾ ਇਸ ਲਈ ਵੀ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਏਗੀ ਫਿਰ ਤੋਂ ਅਸੀਂ ਕਿਹੜੇ ਕੱਟ ਕੰਡੇ ਅਸੀਂ ਸ਼ਾਂਤਮਈ ਮਾਹੌਲ ਨਾਲ ਜਾਵਾਂਗੇ ਜੀ ਅਸੀਂ ਕੋਈ ਹੁੱਲੜਬਾਜ਼ੀ ਨਹੀਂ ਕਰਾਂਗੇ ਸਾਡਾ ਬੰਦਾ ਕੋਈ ਹੁੱਲੜਬਾਜ਼ੀ ਨਹੀਂ ਕਰੂਗਾ ਅਸੀਂ ਸ਼ਾਂਤਮਈ ਮਾਹੌਲ ਨਾਲ ਜਾਵਾਂਗੇ ਅਸੀਂ ਕੋਈ ਐਸਾ ਮੌਕਾ ਨਹੀਂ ਦੇਵਾਂਗੇ ਜਿਹੜਾ ਕਿ ਸਾਡੇ ਤੇ ਕੋਈ ਐਸੀ ਉਂਗਲੀ ਉੱਠੇ ਵੀ ਇਹਨਾਂ ਨੇ ਕੋਈ ਜੋ ਪ੍ਰਸ਼ਾਸਨ ਆ ਉਹਨਾਂ ਨੂੰ ਕੋਈ ਗਲਤ ਬੋਲੇ ਅਸੀਂ ਕਿਸੇ ਨੂੰ ਕੋਈ ਗਲਤ ਨਹੀਂ ਬੋਲਾਂਗੇ ਅਸੀਂ ਉਹਦੇ ਸ਼ਾਂਤਮਈ ਮਾਹੌਲ 'ਚ ਜਾਵਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਸ਼ਾਂਤ ਮਾਹੌਲ ਚਾਹੀਦਾ ਜੀ ਸ਼ਾਂਤ ਮਾਹੌਲ ਦੇ ਵਿੱਚ ਰਹਿਣਾ ਜਿਹੜਾ ਜੋ ਸੰਘਰਸ਼ ਆ ਜੀ ਇਹ ਕਿਸਾਨੀ ਸੰਘਰਸ਼ ਆ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਨੂੰ ਪੂਰੀ ਮੁੱਲ ਮਿਲਣਾ ਚਾਹੀਦਾ ਜਿੰਨਾ ਚਿਰ ਪੂਰਾ ਮੁੱਲ ਨਹੀਂ ਮਿਲਦਾ ਉਹਨਾਂ ਦੇ ਸੰਘਰਸ਼ ਅਸੀਂ ਜਾਰੀ ਰੱਖਾਂਗੇ ਇੱਕ ਸਰਕਾਰ ਦੇ ਉਲਟ ਰਹਾਂਗੇ ਜੀ ਹਾਂ ਅਸੀਂ ਹੋਰ ਕੀ ਕਹਿਣਾ ਚਾਹੁੰਦੇ ਨੇ ਅਸੀਂ ਪਿਛਲੇ ਦੇਖੋ ਜੀ ਦੇਖੇ ਬੈਠੇ ਆ ਅਸੀਂ ਪਿਛਲੇ 30 ਦਿਨਾਂ ਦੇ ਇੱਥੇ ਬੈਠੇ ਆ ਮਹਾਰਾਜ ਸਾਹਿਬ ਤਾਂ ਸਾਨੂੰ ਪਤਾ ਹੀ ਹੈ ਪਹਾੜਾਂ 'ਚ ਬੈਠੇ ਆ ਪਰ ਮਹਾਰਾਣੀ ਜੀ ਤਾਂ ਸਾਡੇ ਕੋਲ ਆ ਸਕਦੇ ਸੀਗੇ ਜੀ ਉਹ ਤਾਂ ਸਾਡੇ ਕੋਲ ਆ ਸਕਦੇ ਸੀਗੇ ਜੀ ਮਹਾਰਾਜ ਸਾਹਿਬ ਦਾ ਸਾਨੂੰ ਪਤਾ ਹੀ ਕੈਪਟਨ ਸਾਹਿਬ ਉੱਥੇ ਬੈਠੇ ਨੇ ਪਹਾੜਾਂ ਦੇ ਵਿੱਚ ਤੇ ਉਹਨਾਂ ਉਸ ਦੂਰੀ ਤੇ ਅਸੀਂ ਇੱਥੇ ਬੈਠੇ ਆ ਜੀ ਸਾਡੀ ਬੇਨਤੀ ਸੁਣ ਲਓ ਜੀ ਸਾਡੀ ਇਹ ਰਿਕੁਐਸਟ ਹੈ ਜੀ ਤੁਸੀਂ ਕੀ ਕਹਿਣਾ ਮੈਡਮ ਅੱਜ ਸਾਨੂੰ 36 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤੇ ਜੋ ਇਹਨਾਂ ਦੀਆਂ ਹਦਾਇਤਾਂ ਸੀਗੀਆਂ ਅਸੀਂ ਉਹਨਾਂ ਦਾ ਫਾਲੋ ਕਰਦੇ ਬੈਠੇ ਹੋਏ ਸੀ ਇੱਥੇ ਲਗਭਗ 100 ਦੇ ਕਰੀਬ ਤੇ ਸਾਡੇ 10 ਟਰੈਕਟਰ ਸੀਗੇ ਹੁਣ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਅੱਜ 18 ਦਿਨ ਹੋ ਗਏ 20 ਦਿਨ ਹੋ ਗਏ ਸਾਡੇ ਪ੍ਰਧਾਨ ਸਾਹਿਬ ਨੇ ਕਾਲ ਦਿੱਤੀ ਨੂੰ ਵੀ ਅਸੀਂ ਟਰੈਕਟਰ ਮਾਰਚ ਕਰਾਂਗੇ ਨਹੀਂ ਤੇ ਉਸ ਤੋਂ ਪਹਿਲਾਂ ਸਾਡੀਆਂ ਡਿਮਾਂਡਸ ਪੂਰੀਆਂ ਕਰੋ ਅੱਜ ਪ੍ਰਸ਼ਾਸਨ ਭੱਜਿਆ ਫਿਰਦਾ ਹੈ ਇਹ ਸਾਨੂੰ ਕੀ ਕਹਿੰਦੇ ਸੀ ਮੈਡਮ ਸਾਡੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਸਾਨੂੰ ਇਹ ਕਹਿੰਦੇ ਸੀ ਮੁੱਠੀ ਭਰ ਲੋਕ ਹੁਣ ਅਸੀਂ ਵਿਖਾ ਦਾਂਗੇ ਕੱਲ ਨੂੰ ਵੀ ਮੁੱਠੀ ਪਰ ਇਹ ਮੁੱਠੀ ਹੁਣ ਮੁੱਠੀ ਬੰਦ ਹੋ ਚੁੱਕੀ ਹੈ ਇਹ ਜਦੋਂ ਮੁੱਠੀ ਬੰਦ ਹੋ ਜਾਂਦੀ ਹੈ ਮੈਂ ਕਹਿਣਾ ਚਾਹੁੰਦਾ ਕੈਪਟਨ ਸਾਹਿਬ ਇਹ ਵੇਖੋ ਇਹ ਬੰਦ ਹੋ ਗਈ ਹੈ ਤੇ ਇਹਨੂੰ ਹੁਣ ਇਹਨਾਂ ਦੀ ਗੱਲ ਸੁਣ ਲਵੋ ਤੁਹਾਨੂੰ ਸੁਣ ਲੈਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਹੁਣ ਸ਼ਾਸਨ 'ਚ ਰਹਿ ਕੇ ਅੱਜ 36 ਦਿਨ ਹੋ ਗਏ ਤੁਹਾਡੀ ਹਰ ਹਦਾਇਤ ਨੂੰ ਫਾਲੋ ਕੀਤਾ ਹੈ ਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡਾ ਯੂਥ ਤੇ ਕੱਲ ਨੂੰ ਕਲੰਕ ਲੱਗੇ ਅਸੀਂ ਹੁਣ ਵੀ ਕੋਈ ਵਾਇਲੇਸ਼ਨ ਕਲੀਅਰ ਨਹੀਂ ਕਰਾਂਗੇ ਪਰ ਇੱਥੋਂ ਅਸੀਂ
ਉਹਨਾਂ ਚਿਰ ਨਹੀਂ ਜਾਵਾਂਗੇ ਜਿੰਨਾ ਚਿਰ ਸਾਡਾ ਕੋਈ ਫੈਸਲਾ ਨਹੀਂ ਹੁੰਦਾ। ਜਿੱਥੇ ਆ ਗਈ ਸਾਡੀ ਜ਼ਮੀਨਾਂ ਦੇ ਕਬਜ਼ੇ ਦੀ ਗੱਲ ਜੀ, ਇਹਨਾਂ ਨੇ ਕਾਗਜ਼ਾਂ ਵਾਲੀ ਕਾਰਵਾਈ ਤੇ ਲਈਏ ਕਰ ਜੀ, ਪਰ ਇਹ ਰੋਡ ਤਾਂ ਮੈਡਮ ਉੱਥੇ ਆ ਕੇ ਬਣਾਉਣਾ ਹੈ, ਸਾਡੀਆਂ ਜ਼ਮੀਨਾਂ 'ਚ ਬਣਾਉਣਾ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦੇਣਾ ਚਾਹੁੰਦਾ ਜੀ, ਜਿਹੜੇ ਠੇਕੇਦਾਰ ਨੇ, ਕੰਟਰੈਕਟਰ ਨੇ ਜੀ, ਇਹ ਕੱਲ ਨੂੰ ਭੁਲੇਖੇ 'ਚ ਨਾ ਰਹਿਣ ਜੀ। ਇਹਨਾਂ ਨਾ ਸੀਐਮ ਕੈਪਟਨ ਨੇ ਆਉਣਾ ਨਾ ਮੋਦੀ ਨੇ ਆਉਣਾ ਜੀ। ਆ ਜਿਹੜਾ ਯੂਥ ਖੜਾ ਹੈ, ਜਿਹੜੇ ਬਜ਼ੁਰਗ ਖੜੇ ਨੇ ਜੀ, ਇਹ ਤਾਂ ਜੁੱਤੀ ਨਾਲ ਸੱਪ ਕੁੱਟ ਲੈਂਦੇ ਨੇ ਤੇ ਹੁਣ ਤੇ ਇਹ ਡਾਂਗਾ ਚੁੱਕੀ ਫਿਰਦੇ ਨੇ ਜੀ। ਇਹਨਾਂ ਦੇ ਹੁਣ ਬੱਚਿਆਂ ਦੀ ਰੋਜੀ ਦਾ ਮਸਲਾ ਬਣ ਗਿਆ ਜੇ ਇਹਨਾਂ ਨੂੰ ਹੱਕ ਨਾ ਮਿਲੇ ਤੇ ਤੁਹਾਨੂੰ ਮੈਂ ਕਹਿਣਾ ਚਾਹੁੰਦਾ, ਕੰਟਰੈਕਟਰੋ, ਠੇਕੇਦਾਰੋ, ਜਿਹੜੇ ਤੁਸੀਂ ਭੱਜੇ ਫਿਰਦੇ ਹੋ ਨਾ ਮਿੱਟੀ ਲੈਣ ਨੂੰ, ਤੇ ਤੁਹਾਡੀਆਂ ਜੁੱਤੀਆਂ ਲਾ ਕੇ ਨਾ ਭੱਜੇ ਤੇ ਇਹਨਾਂ ਨੂੰ ਜ਼ਮੀਂਦਾਰ ਕਿੰਨੇ ਆਖਣਾ ਇਹ ਤੁਸੀਂ ਕਿਸੇ ਭੁਲੇਖੇ 'ਚ ਹੀ ਹੋ ਵੀ ਰਾਜਸਥਾਨ 3 ਲੱਖ ਨੂੰ ਜ਼ਮੀਨ ਖੋਹ ਲਈ, ਉਹ ਬੋਲੇ ਨਹੀਂ। ਇਹ ਹੁਣ ਪੰਜਾਬ ਨਾਲ ਵਾਹ ਪਿਆ, ਤੁਹਾਨੂੰ ਇਹਨਾਂ ਦੀ ਗੱਲ ਸੁਣਨੀ ਪਏਗੀ। ਪਹਿਲੀ ਗੱਲ ਤੇ ਅਸੀਂ ਦਿੰਦੇ ਹੀ ਨਹੀਂ ਜੀ, ਅੱਜ ਤੱਕ ਅਸੀਂ ਇਹਨਾਂ ਨੂੰ ਕਹਿ ਰਹੇ ਸਾਂ 36 ਦਿਨਾਂ ਤੋਂ ਵੀ ਸਾਡੇ ਨਾਲ ਬੈਠ ਕੇ ਗੱਲ ਕਰ ਲਓ। ਅੱਜ ਜਿਹੜੀ ਡਿਮਾਂਡ ਜੇ ਸਾਡੀ, ਜਿੰਨੇ ਸਾਡੇ ਜ਼ਿਮੀਂਦਾਰ ਅੱਪ ਹੁੰਦੇ ਜਾਣਗੇ, ਡਿਮਾਂਡ ਵੀ ਅਸੀਂ ਅੱਪ ਕਰੀ ਜਾਵਾਂਗੇ। ਇਹ ਉੱਥੇ ਆਉਣਗੇ, ਅਸੀਂ ਅੱਗੇ ਵੱਧ ਜਾਵਾਂਗੇ। ਨਹੀਂ ਤੇ ਸਾਡੀ ਡਿਮਾਂਡ ਅੱਜ ਵੀ ਮੰਨ ਲੈਣੀ ਤੇ ਅੱਗੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਗਲਤ ਹੋਵੇਗਾ। ਅੱਜ ਤੱਕ ਅਸੀਂ ਕੋਵਿਡ ਦੀਆਂ ਹਦਾਇਤਾਂ ਵੀ ਮੰਨ ਰਹੇ ਸਾਂ, ਸਾਨੂੰ ਕਿਉਂ ਜਿਹੜਾ ਹੁਣ ਅੱਗੇ ਜੇ ਅੱਬਲ ਤਾਂ ਅਸੀਂ ਕੱਲ ਨੂੰ ਵੀ ਸਾਡੇ ਪ੍ਰਧਾਨ ਸਾਹਿਬਾਨ ਨੇ ਕਿਹਾ ਵੀ ਆਪਾਂ ਜਿਹੜੀਆਂ ਕੋਵਿਡ ਦੀਆਂ ਹਦਾਇਤਾਂ ਨੇ ਉਹਨੂੰ ਫਾਲੋ ਕਰਨਾ ਤੇ ਸਾਡੇ ਸਾਰੇ ਯੂਥ ਰਹੂਗਾ ਵੀ ਡਿਸਪਲਿਨ 'ਚ ਜੋ ਸਾਨੂੰ ਰੂਟ ਦਿੱਤਾ ਗਿਆ ਹੈ। ਪ੍ਰਧਾਨ ਸਾਹਿਬਾਨ ਸਾਡੇ ਅੱਗੇ ਹੋ ਕੇ ਚੱਲਣਗੇ, ਉਹਦੇ ਮਗਰ ਹੀ ਅਸੀਂ ਕਰਾਂਗੇ। ਕੋਈ ਯੂਥ ਗਲਤ ਨਹੀਂ ਕੁਝ ਕਰੇਗਾ, ਪਰ ਜੇ ਸਾਡੀ ਡਿਮਾਂਡ ਨਾ ਮੰਨੀ ਗਈ, ਯੂਥ ਆਪੇ ਤੋਂ ਬਾਹਰ ਹੋ ਗਿਆ, ਜੇ ਕੋਈ ਗੱਲ ਐਸੀ ਵੈਸੀ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ, ਉਹਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹੋਊਗਾ, ਉਹਦਾ ਜ਼ਿੰਮੇਵਾਰ ਮੋਦੀ ਹੋਊਗਾ। ਅੰਡਾਨੀ ਅੰਬਾਨੀ ਦੇ ਆਖੇ ਲੱਗ ਕੇ ਇਹ ਜਿਹੜਾ ਇੰਨਾ ਧੱਕਾ ਕਰ ਰਿਹਾ, ਇਹ ਹੁਣ ਯੂਥ ਨੇ ਧੱਕਾ ਨਹੀਂ ਸਹਿਣਾ। ਕੈਪਟਨ ਸਰਕਾਰ ਮੁਰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ, ਕੈਪਟਨ ਸਰਕਾਰ ਮੁਰਦਾਬਾਦ, ਮੋਦੀ ਸਰਕਾਰ, ਮੋਦੀ ਸਰਕਾਰ ਮੁਰਦਾਬਾਦ। ਤੁਸੀਂ ਲਾਈਵ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਤੁਸੀਂ ਲਾਈਵ ਤਸਵੀਰਾਂ ਦੇਖ ਚੁੱਕੇ ਹੋ। ਇੱਧਰਲੇ ਪਾਸੇ ਦੇਖੀਏ ਤਾਂ ਦੇਖੋ, ਤੁਸੀਂ ਇੱਧਰਲੇ ਪਾਸੇ ਤਸਵੀਰਾਂ ਦਿਖਾਵਾਂਗੇ। ਉਹ 200 ਗਜ ਦੇ ਤੇ ਜਾ ਕੇ ਲਾਈਟ ਚੱਲ ਰਹੀ ਹੈ। ਜਿਹੜੇ ਇੱਧਰਲੇ ਪਾਸੇ ਦਿਖਾਵਾਂਗੇ, ਚੌਂਕ ਦੇ ਵਿੱਚ ਲਾਈਟ ਚੱਲ ਰਹੀ ਹੈ, ਲੇਕਿਨ ਜਿੱਥੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਉੱਥੇ ਲਾਈਟਾਂ ਬੰਦ ਕਰ ਦਿੱਤੀਆਂ ਹੋਈਆਂ। ਮੈਂ ਲਾਈਵ ਤਸਵੀਰਾਂ ਦਿਖਾਵਾਂਗੇ। ਪਾਰਕ ਹੈ ਜਿਹੜਾ, ਉਸ ਪਾਰਕ ਦੇ ਵਿੱਚ ਲਾਈਟਾਂ ਚੱਲ ਰਹੀਆਂ। ਪਾਰਕ ਦੇ ਵਿੱਚ ਸਾਰੀਆਂ ਲਾਈਟਾਂ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ। ਲੇਕਿਨ ਜਿੱਥੇ ਕਿਸਾਨਾਂ ਨੂੰ ਲੋੜ ਹੈ ਲਾਈਟਾਂ ਦੀ, ਉੱਥੇ ਲਾਈਟਾਂ ਦਾ ਪ੍ਰਬੰਧ ਬੰਦ ਕਰ ਦਿੱਤਾ ਹੋਇਆ ਹੈ। ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਫੁੱਟਪਾਥ ਦੇ ਉੱਪਰ ਕਿਸਾਨ ਸੁੱਤੇ ਪਏ ਨੇ। ਲਾਈਵ ਤਸਵੀਰਾਂ, ਕਿਸਾਨ ਫੁੱਟਪਾਥ ਦੇ ਉੱਪਰ ਸੁੱਤੇ ਪਏ ਨੇ। ਰੋਸ਼ਨੀ ਨਹੀਂ ਹੈਗੀ, ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ, ਕੋਈ ਪੱਖਿਆਂ ਦਾ ਪ੍ਰਬੰਧ ਨਹੀਂ ਹੈਗਾ। ਸਾਈਡਾਂ ਤੇ ਟਰੈਕਟਰ ਲਗਾਏ ਹੋਏ ਨੇ, ਟਰੈਕਟਰ ਸਾਈਡਾਂ ਤੇ ਲਗਾਏ ਹੋਏ ਨੇ। ਉਹਨੇ ਬਿਸਤਰੇ ਲਗਾ ਕੇ ਇਹ ਕਿਸਾਨ ਸੋ ਰਹੇ ਨੇ। ਇਹਨਾਂ ਨੂੰ ਮਜਬੂਰ ਹੋ ਕੇ ਇੱਥੇ ਸੋਣਾ ਪੈ ਰਿਹਾ ਹੈ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਹਾਂਜੀ ਬਜ਼ੁਰਗੋ, ਕਿੱਥੋਂ ਆਏ ਹੋ ਤੁਸੀਂ? ਅਸੀਂ ਚੱਕਰਾਮ ਸਿੰਘ ਵਾਲੇ ਤੋਂ ਆਏ ਹਾਂ ਜੀ। ਜ਼ਿਲ੍ਹਾ ਬਠਿੰਡਾ। ਅੱਛਾ ਜੀ, ਕਿਹੜੇ ਕਾਰਨ ਅੱਜ ਤੁਸੀਂ ਇੱਥੇ ਆਏ ਹੋ? ਜੀ। ਅਸੀਂ ਕੀ ਕਰਾਂਗੇ, ਸਾਡੇ ਜਵਾਕ ਕੀ ਕਰਨਗੇ ਜੀ। ਹਾਂ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਕੈਪਟਨ ਸਰਕਾਰ ਅਸੀਂ ਨੂੰ? ਜ਼ਮੀਨ ਦੇਣੀ ਨਹੀਂ ਚਾਹੁੰਦੇ, ਅਸੀਂ ਕਿਸੇ ਰੇਟ ਵੀ ਨਹੀਂ ਦੇਣੀ ਨਹੀਂ ਹੈ। ਹਾਂ, ਸਾਡੇ ਅੱਜ ਵਿਚਾਲ ਦੀ ਜਾਂਦੀ ਆ 2 ਕਿੱਲੇ ਇੱਧਰ ਆ 2 ਕਿੱਲੇ, ਜੇ ਸਾਨੂੰ ਦੋ ਸਾਡੇ ਫ੍ਰੀ ਜਾਂਦੇ ਆ, ਇਹਨਾਂ ਨੂੰ ਕਾਟਵੀਂ ਜਾਂਦੀ ਹੈ। ਜੀ ਜੀ। ਅਸੀਂ ਦੇਣੀ ਨਹੀਂ ਕਿਸੇ ਰੇਟ ਵੀ ਨਹੀਂ। ਕਿਸਾਨਾਂ ਨੇ ਕਹਿਤਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਆਪਣੀ ਜਿਹੜੀ ਜ਼ਮੀਨ ਹੈ ਨਹੀਂ ਦੇਣਾ ਚਾਹੁੰਦੇ ਨੇ। ਤੁਸੀਂ ਦੇਖ ਰਹੇ ਹੋ ਕਿੰਨੀ ਮੁਸ਼ਕਿਲਾਂ ਦੇ ਵਿੱਚ, ਹਨੇਰੇ ਦੇ ਵਿੱਚ, ਮੱਛਰਾਂ ਦੇ ਵਿੱਚ ਕਿਸਾਨ ਆਪਣੇ ਸੁੱਖਾਂ ਲਈ ਆਏ ਹੋਏ ਨੇ ਪਟਿਆਲਾ ਸ਼ਹਿਰ ਦੇ ਵਿੱਚ। ਆਪਾਂ ਇਧਰੋਂ ਦੀ ਤਸਵੀਰਾਂ ਦਿਖਾ ਦਿੰਦੇ ਆ। ਲਾਈਟ ਸਾਰੀਆਂ ਬੰਦ ਪਈਆਂ ਹੋਈਆਂ। ਬੋਲੋ ਜੀ, ਸਾਡੀ ਪਹਿਲੀ ਜਾਇਜ਼ਾ ਜਾਣ ਰਹੀ ਏ, ਸਾਡਾ ਕੀ ਦਿੱਤਾ ਨੇ ਸਰਕਾਰ ਨੇ, ਕੀ ਕੀਤਾ? ਟਰੈਕਟਰ ਸਾਰੇ ਪਹੁੰਚ ਚੁੱਕੇ ਹੋਏ ਨੇ, ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ। ਸਰਕਾਰ ਨੇ ਘੱਟੋ ਘੱਟ ਦੇ ਇਸ ਟਾਈਮ 150 ਟਰੈਕਟਰ
ਪਹੁੰਚ ਚੁੱਕਾ ਹੋਇਆ ਹੈ। 13 ਜ਼ਿਲ੍ਹਿਆਂ ਚੋਂ ਟਰੈਕਟਰ ਆਏ ਹੋਏ ਨੇ। ਤੁਸੀਂ ਦੇਖ ਰਹੇ ਹੋ ਨੀਚੇ ਜ਼ਮੀਨਾਂ ਦੇ ਉੱਪਰ ਬਿਸਤਰੇ ਲਗਾਏ ਹੋਏ ਨੇ। ਬੋਲੇ ਸੋਨਿਹਾ। ਟਰਾਲੀਆਂ ਦੇ ਵਿੱਚ ਵੀ ਜਿਹੜੇ ਕਿਸਾਨ ਬੈਠੇ ਹੋਏ ਨੇ ਕਿੱਥੋਂ ਆਏ ਨੇ? ਮੋਹਾਲੀ ਤੋਂ ਆਇਆ ਜੀ। ਹਾਂਜੀ ਬਜ਼ੁਰਗੋ, ਕਿੱਥੋਂ ਆਏ ਤੁਸੀਂ? ਕਿੱਥੋਂ ਆਏ ਹੋ ਤੁਸੀਂ? ਪਿੰਡਵਾੜੀ ਤੋਂ ਆਇਆ ਜੀ। ਜੀ ਜੀ ਕੀ ਕਰਨ ਆਏ ਹੋ ਤੁਸੀਂ ਪਟਿਆਲਾ ਸ਼ਹਿਰ ਦੇ ਵਿੱਚ? ਜਿਹੜੇ ਸੜਕ ਤੇ ਮੰਨ ਲਓ ਜੀ ਧੱਕਾ ਹੀ ਕਰ ਰਹੇ ਜੀ ਗਾਣਾ ਵਿੱਚ ਧੱਕੇ ਨਾਲ ਜੀ। ਜੀ ਜੀ ਠੀਕ ਹੈ ਨਾ। ਇਹ ਸਰਕਾਰ ਦੇਖੋ ਜੀ, ਇਹ ਚ 1.5 ਤੇ 2 ਏਕੜ ਵਾਲੇ ਲੋਕ ਪ੍ਰਭਾਵਿਤ ਹੋ ਰਹੇ ਆ। ਨੌਕਰੀਆਂ ਤਾਂ ਇਹ ਪਹਿਲਾਂ ਨਹੀਂ ਦੇ ਰਹੇ ਜੀ। ਜੀ ਠੀਕ ਹੈ ਨਾ। ਫਿਰ ਉਹ ਬੰਦਾ ਜਦੋਂ ਉਹਦੇ ਕੋਲੇ ਪੈਸਾ ਆ ਗਿਆ, ਚਾਹੇ ਤਾਂ ਉਹ ਪੈਸੇ ਨਾਲ ਕੋਈ ਨਸ਼ਾ ਕਰਨ ਲੱਗੂਗਾ। ਜੀ ਠੀਕ ਹੈ ਨਾ। ਸਾਨੂੰ ਪਹਿਲੀ ਗੱਲ ਤਾਂ ਪੈਸਾ ਚਾਹੀਦੀ, ਨਾ ਹੀ ਅਸੀਂ ਜ਼ਮੀਨਾਂ ਦੇਣੀਆਂ ਜੀ। ਜੀ ਠੀਕ ਹੈ ਨਾ। ਜੇ ਪੈਸਾ ਆ ਗਿਆ, ਉਹ ਨਸ਼ਾ ਕਰੂ, ਚਾਹੇ ਕੋਈ ਹੋਰ ਵਰਤੋਂ ਕਰੂਗਾ, ਜੀ ਤੇ ਉਹਦਾ ਰੁਜ਼ਗਾਰ ਕਿਵੇਂ ਚੱਲੂਗਾ ਜੀ? ਜੀ ਜੀ ਪਿੱਛੋਂ ਬੱਚਿਆਂ ਲਈ ਰੋਟੀ ਔਖੀ ਹੋ ਹਾਂਜੀ ਜਾਏਗੀ। ਹਾਂਜੀ। ਤੇ ਨੌਕਰੀਆਂ ਸਰਕਾਰ ਦੇ ਨਹੀਂ ਰਹੀ ਜੀ। ਜੀ ਠੀਕ ਹੈ ਨਾ ਜੀ। ਤੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਅਸੀਂ ਜ਼ਮੀਨ ਨਹੀਂ ਦੇਣੀ ਜੀ ਸੜਕ ਵਾਸਤੇ। ਜੀ ਠੀਕ ਹੈ ਨਾ ਜੀ। ਜੇ ਜ਼ਬਰਦਸਤੀ ਕਰਦੀ ਹੈ ਸਰਕਾਰ ਤਾਂ ਜ਼ਬਰਦਸਤੀ ਕਰਦੀ ਆ, ਉਹਦਾ ਸਹੀ ਜਿਹੜਾ ਮੁੱਲ ਬਣਦਾ, ਮੁਆਵਜ਼ਾ ਬਣਦਾ, ਠੀਕ ਹੈ ਨਾ, ਉਹਦੇ ਹਿਸਾਬ ਨਾਲ ਲੈ ਸਕੇ ਜੀ। ਜੀ ਠੀਕ ਹੈ ਨਾ। ਜੇ ਹੁਣ ਯੂਥ ਵੀ ਅੱਕਿਆ ਪਿਆ, ਕਹਿੰਦੇ ਨੇ ਸਰਕਾਰ ਨੌਕਰੀਆਂ ਨਹੀਂ ਦਿੰਦੀ ਪਈ ਹੈ ਤੇ ਸਾਡੇ ਜਿਹੜਾ ਰੋਜ਼ਗਾਰ ਹੈ, ਜੇ ਕਿਸਾਨਾਂ ਦੇ ਕੋਲ ਉਹਨਾਂ ਦੀ ਜ਼ਮੀਨ ਲਈ ਜਾਏਗੀ ਤਾਂ ਉਹਨਾਂ ਦਾ ਰੋਜ਼ਗਾਰ ਵੀ ਬੰਦ ਹੋ ਜਾਏਗਾ ਔਰ ਉਹਨਾਂ ਕੋਲ ਪੈਸਾ ਵੀ ਨਹੀਂ ਰਹੇਗਾ, ਕਿਉਂਕਿ ਜੇ ਪੈਸਾ ਆਂਦਾ ਤਾਂ ਬੰਦੇ ਦੀ ਬੁੱਧੀ ਮਰ ਜਾਂਦੀ ਤੇ ਨਸ਼ਿਆਂ ਵੱਲ ਜਾ ਸਕਦੀ ਹੈ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ। ਸਰਕਾਰ ਕਰਦੀ ਕੀ 420 ਸਰਕਾਰ ਕਰਦੀ ਕੀ 420 ਕੈਪਟਨ ਸਰਕਾਰ ਕਰ ਦੇਖ ਰਹੇ ਹਾਂਜੀ ਸਰ, ਕਿੱਥੋਂ ਆਏ ਹੋ ਤੁਸੀਂ? ਅਸੀਂ ਪਿੰਡ ਨੂੰ ਆਏ ਆ ਜੀ। ਜੀ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜ਼ਮੀਨਾਂ ਨਹੀਂ ਦੇਣੀਆਂ। ਜੀ ਸਾਨੂੰ ਮਤਲਬ ਕਿ ਸਰਕਾਰ ਬਹੁਤ ਤੰਗ ਕਰ ਰਹੀ ਹੈ, ਪਰੇਸ਼ਾਨ ਕਰਦੀ ਆ। ਜੀ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਆ। ਜੀ ਜੇ ਸਰਕਾਰ ਹੱਕ ਨਹੀਂ ਦਿੰਦੀ ਤਾਂ ਤੁਸੀਂ ਕੀ ਕਰਦੇ ਹੋ? ਅਸੀਂ ਇਹ ਸੜਕਾਂ ਤੇ ਸੁੱਤੇ ਆ। ਫਿਰ ਯਾਨੀ ਕਿ ਪੱਕਾ ਮੋਰਚਾ ਲੱਗ ਗਿਆ, ਜਮਾ ਪੱਕਾ ਲੱਗ ਗਿਆ, ਅਸੀਂ ਹੱਲਣਾ ਹੀ ਨਹੀਂ ਹੁਣ। ਦਿੱਲੀ ਵਾਲਾ ਹਾਲਾਤ ਬਣ ਗਏ। ਜੀ ਹਾਂ ਅਸੀਂ ਇੱਥੇ ਹੀ ਰਹਾਂਗੇ। ਘਰੇ ਜਵਾਕ ਟਾਂਗਾ ਮਾਰਨਗੇ ਸਾਡੇ, ਅਸੀਂ ਕਿਵੇਂ ਜਾਵਾਂਗੇ? ਜੀ 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 ਇਹਨਾਂ ਨੇ ਕਹਿਤਾ ਹੈ ਕਿ ਜੇ ਸਰਕਾਰ ਉਹਨਾਂ ਦੀਆਂ ਗੱਲਾਂ ਨਹੀਂ ਮੰਨਦੀ ਤਾਂ ਦਿੱਲੀ ਵਾਲਾ ਮਾਹੌਲ ਪਟਿਆਲਾ 'ਚ ਵੀ ਬਣ ਸਕਦਾ ਹੈ। ਲਾਈਵ ਤਸਵੀਰਾਂ ਤੁਹਾਡੇ ਨਾਲ ਚੱਲ ਰਹੀਆਂ। ਅਗਲੀ ਅਪਡੇਟ ਲੈ ਕੇ ਅਸੀਂ ਫੇਰ ਆਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। A1 ਪੰਜਾਬੀ ਲਈ ਪ੍ਰੀਤ ਰੰਧਾਵਾ ਦੀ ਰਿਪੋਰਟ ਪਟਿਆਲਾ ਤੋਂ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਮੈਡਮ।